श्री वाहिगुरु जी। एक ओंकार सतगुर प्रसाद। सूरठ महला पंजवा। अपना गुरु त्याए मिल कुशल सिद्धि कर आए। नामे की वड्याई इसकी मत कहन न जाए। अपना गुरु त्याए मिल कुशल सिद्धि कर आए। नामे की वड्याई तिस की मत कहन न जाए। संत हो हर 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 अरहदो हर आराध सबो किश पाइए। कारज सगले साध हो रहाओ। प्रेम भगत प्रभ लागे सो पाए जिस वड पागे। जन नानक नाम त्याया तिन सर्ब सुखा फल पाया। प्रेम भगत प्रभ लागे सो पाए जिस वड पागे। जन नानक नाम त्याया तिन सर्ब सुखा फल पाया। सतनाम श्री वाहिगुरु जी। अंगीकार कियो मेरे करते। देखो अंगीकार कियो मेरे करते गुरपुरे की बढ़ियाई। आव चल नीम धरी गुरु नानक नित नित चढ़े सवाई। धन सकायद कलम धन पांडा धन मस। धन लिखारी नानका जिन नाम लिखाया सच। आपे पट्टी कलम आप उपर लेख भेख। तू एको कहिया नानका दूजा काहे को। दूजा काहे सिमरिया जमे ते मर जाए। एको सिमरो नानका जो जल थल रहा समाई। सुनी अरदास स्वामी मेरा सर्व कला बनियाई। प्रगट भई सगले जग अंतर गुरु नानक की वड्याई। सो आओ गुरसिख बीर बुजुर्ग माई भाई जितने भी मेरे सतगुरु नानक दे दरबार विच हारियां भर के अपना जन्म सफला कर रहे हैं। सो बड़े भागां वाली संगत जो घोर कलयुग दे विच सो बाबा जी फरमान करते सन
ਭਾਈ ਜਿੱਥੋਂ ਕਰਮ ਬਣਦੇ ਹੋਣ ਨਾ, ਉਥੋਂ ਸਿਰ ਧੜ ਦੀ ਬਾਜੀ ਲਾ ਦੇਣੀ ਚਾਹੀਦੀ। ਜਾਣੀ ਜੀਵਨ ਆਪਣਾ ਉੱਥੇ ਵਿਛਾ ਦੇਣਾ ਚਾਹੀਦਾ। ਬਾਬਾ ਈਸ਼ਰ ਸਿੰਘ ਮਹਾਰਾਜ ਦੇ ਬਚਨ ਨੇ, ਕਰਮ ਬਣਾਇਆ ਬਣਦੇ ਆ। ਕਈ ਮੌਕੇ ਮਾਇਆ ਦੀ ਖਾਤਰ ਸਿਰ ਧੜ ਦੀ ਬਾਜੀ ਲਾ ਦਿੰਦਾ, ਉਹ ਐਵੇਂ ਹੀ ਜਾਂਦੀ। ਉਹਦੀ ਮਾਇਆ ਕਿਸੇ ਕੰਮ ਨਹੀਂ ਆਉਂਦੀ ਹੈ। ਇਹ ਜਿਹੜਾ ਇੱਥੇ ਬੈਠਣਾ, ਹਾਰੀ ਭਰਨੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ। ਕਿਸੇ ਰਿਸ਼ਤੇਦਾਰ ਕੋਲੇ ਬੈਠਣ ਲੱਗ ਜਾਈਏ, ਪਿਆਰ ਵੱਧ ਜਾਂਦਾ, ਪਰ ਰਿਸ਼ਤੇਦਾਰ ਨਾਲ ਪਿਆਰ ਵੱਧਦਾ। ਜੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਬਹਿ ਜਾਈਏ ਤਾਂ ਧੰਨ ਗੁਰੂ ਨਾਨਕ ਦੇ ਨਾਲ ਪਿਆਰ ਵੱਧ ਜਾਂਦਾ। ਫਿਰ ਜੋ ਮੰਗ ਹੈ ਰਿਸ਼ਤੇਦਾਰ ਤੋਂ, ਜੋ ਮੰਗੇਗਾ ਨਾ, ਉਹ 1 ਮਹੀਨਾ 2 ਮਹੀਨੇ ਇਕਰਾਰ ਕਰੇਗਾ ਵੀ ਕਦੋਂ ਮੋੜੇਗਾ, ਪਰ ਰੱਬ 'ਚ ਵੱਧਦਾ ਤੇ ਇਕਰਾਰ ਨਹੀਂ ਕੋਈ ਕਰਨਾ। ਜੋ ਮੰਗ ਹੈ, ਜੋ ਕੋਈ ਮਰਜ਼ੀ ਮੰਗ ਲੈ, ਸੋਈ ਸੋਈ ਦੇਵ। ਜਿਹੜੀ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਉਹ ਦੇਵੇਗਾ। ਕਿੰਨਾ ਵੱਡਾ ਪਿਆਰ ਹੈ। ਬਖਸ਼ਿਸ਼ ਕਰਦੇ ਬਾਬਾ ਜੀ, ਭਾਈ ਇਹ ਪਿਆਰ ਇੱਥੇ ਵੀ ਰਹਿੰਦਾ। ਜਿਹੜੇ ਗੁਰੂ ਨਾਲ ਪਿਆਰ ਕਰਦੇ ਪਿੰਡਾਂ ਵਿੱਚ, ਉਹਨਾਂ ਦਾ ਸੰਗੀ ਵੀ ਪਿਆਰ ਕਰਦੇ ਆ, ਦੂਰੋਂ ਪ੍ਰੇਮ ਨਾਲ ਮਿਲਦੇ ਆ। ਤੇ ਬਾਬਾ ਜੀ ਵਚਨ ਕਰਦੇ ਸਨ, ਇਹੋ ਜਿਹੇ ਦਰਬਾਰ ਵਿੱਚ ਆਣ ਕੇ ਬਹਿ ਜਾਵੇ ਤੇ ਜਿਹੜਾ ਮਹੀਨੇ ਦੇ ਵਿੱਚ ਨਿਤਨੇਮ ਦਾ ਘਾਟਾ ਪਿਆ ਹੁੰਦਾ, ਉਹ ਇਸ ਦਰਬਾਰ ਵਿੱਚ ਆਣ ਕੇ ਬੈਠਣ ਨਾਲ ਪੂਰਾ ਹੋ ਜਾਂਦਾ। ਤਾਂ ਹੀ ਤਾਂ ਆਖਿਆ ਵੱਡਾ ਤੇਰਾ ਦਰਬਾਰ, ਸੱਚਾ ਤੋਂ ਤਖਤ, ਸ੍ਰੀ ਸ਼ਾਹ ਪਾਤਸ਼ਾਹ, ਪਾਤਸ਼ਾਹ ਦਾ ਦਰਬਾਰ ਹੈ। ਇਸ ਕਰਕੇ ਗੁਰੂ ਸਾਹਿਬ ਨੇ ਮੋਹਰ ਲਾਈ ਹੈ। ਧੰਨ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਮੀਆਂ ਮੀਰ ਤੋਂ ਨਿਉ ਰਖਾਈ, ਉਹ ਵੀ ਇੱਕ ਨਿਮਰਤਾ ਗਰੀਬੀ ਵਿਖਾਈ ਗੁਰੂ ਮਹਾਰਾਜ ਨੇ, ਗੁਰੂ ਸਾਹਿਬ ਨੇ। ਤੇ ਹਰਮੰਦਰ ਬਣਨਾ ਸ਼ੁਰੂ ਹੋਇਆ ਸਰੋਵਰ ਦੇ ਵਿਚਾਲੇ। ਕੋਈ ਕਹਿੰਦਾ ਜੀ ਗੁਰੂ ਰਾਮਦਾਸ ਦਾ ਆਸਣ ਹੈ, ਵੀ ਇੱਥੇ ਆਸਣ ਲੱਗੂਗਾ। ਕੋਈ ਕਹਿੰਦਾ ਨਹੀਂ ਨਹੀਂ, ਠੰਡੀ ਹਵਾ ਆਊਗੀ, ਗੁਰੂ ਅਰਜਨ ਸਾਹਿਬ ਬੈਠਿਆ ਕਰਨਗੇ। ਤੇ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਤੇ ਨਾਲ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਫਿਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨ ਲੱਗੇ। ਗੁਰੂ ਸਾਹਿਬ ਪਾਤਸ਼ਾਹ ਨੂੰ ਬੇਨਤੀ ਕੀਤੀ ਸੰਗਤਾਂ ਨੇ, ਪਾਤਸ਼ਾਹ ਜੀ ਸੰਗਤ ਆਣ ਕੇ ਮੁੜ ਜਾਂਦੀ ਹੈ, ਸੁਬਾਹ ਸ਼ਾਮ ਦੀਵਾਨ ਸਜਦਾ, ਸੁਬਾਹ ਸ਼ਾਮ। ਅੱਜ ਵੀ ਬਹੁਤ ਥਾਈਂ ਸੁਬਾਹ ਸ਼ਾਮ ਦੀਵਾਨ ਸਜਦੇ ਆ। ਇਹ ਪੁਰਾਤਨੀ ਮਰਜ਼ਾਦਾ, ਸਾਰੇ ਤਖਤਾਂ ਤੇ ਵੀ ਸੁਬਾਹ ਸ਼ਾਮ ਦੀਵਾਨ ਸਜਦੇ ਆ। ਪਰ ਦਰਬਾਰ ਸਾਹਿਬ ਜਾਂ ਹੋਰ 5 ਤਖਤਾਂ ਤੇ ਉਹ ਇੱਥੇ ਸਾਸਨ 24 ਘੰਟੇ ਕੀਰਤਨ ਹੁੰਦਾ, ਦਿਨੇ ਦਿਨੇ ਸਾਰੀ ਦਿਹਾੜੀ। ਜਿਹੜਾ ਆਵੇ ਰਸ ਬਾਣੀ ਦਾ ਮਿਲਦਾ। ਤੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਰਾਤ ਨੂੰ ਆਰਾਮ ਕਰ ਲਿਆ ਕਰੋ, ਦਿਨੇ ਬੈਠੇ ਰਿਹਾ ਕਰੋ। ਸੰਗਤਾਂ ਲਾਹਾ ਲੈਣਗੀਆਂ, ਕੋਈ ਬਚਨ ਸੁਣਨਗੀਆਂ, ਦਰਸ਼ਨ ਹੋਣਗੇ, ਕੀਰਤਨ ਹੁੰਦਾ ਰਹੂਗਾ। ਗੁਰੂ ਅਰਜਨ ਸਾਹਿਬ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ, ਉਹ ਤਾਂ ਆਪ ਕੰਮ ਹੀ ਇਸੇ ਆਏ ਸੀ, ਉਹ ਤਾਂ ਸਾਡੇ ਵਾਸਤੇ ਸਾਖੀ ਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ, ਬਾਬਾ ਬੁੱਢਾ ਜੀ, ਸਾਡਾ ਵੀ ਜੀ ਕਰਦਾ ਵੀ ਕਲਯੁਗ ਬਹੁਤ ਜ਼ਿਆਦਾ ਹੈ, ਹੁਣ ਕਲਯੁਗ ਸਿਰੇ ਦਾ ਹੈ, ਵੀ ਇਸ ਟਾਈਮ ਤੇ ਦੁਨੀਆ ਦੇ ਪਾਰ ਹੋਣ ਵਾਸਤੇ ਕੋਈ ਵੀ ਬੇੜਾ ਨਹੀਂ ਹੈ। ਤੇ ਐਸਾ ਨਾਮ ਦਾ ਜਹਾਜ਼ ਤਿਆਰ ਕਰੀਏ, ਜਦੋਂ ਵੀ ਕੋਈ ਆਵੇ ਉਦੋਂ ਹੀ ਭਵਜਲੋਂ ਤਰ ਜਿਆ ਕਰੇ।
ਇਉਂ ਆਖਿਆ। ਗੁਰੂ ਜੀ ਕਹਿਣ ਲੱਗੇ ਬਾਬਾ ਮੋਹਨ ਜੀ ਕੋਲੇ ਪੋਥੀਆਂ ਪਈਆਂ, ਪਹਿਲੇ ਦੂਜੇ ਤੀਜੇ ਚੌਥੇ ਪਾਤਸ਼ਾਹ ਦੀਆਂ, ਤੇ ਉਹ ਪੋਥੀਆਂ ਲੈ ਕੇ ਆਓ। ਬਾਬਾ ਬੁੱਢਾ ਜੀ ਨੂੰ ਆਖਿਆ। ਬਾਬਾ ਬੁੱਢਾ ਜੀ 5 ਗੁਰਸਿੱਖ ਨਾਲ ਚੰਗੇ ਗਏ, ਤੇ ਬਾਬਾ ਮੋਹਨ ਜੀ ਤੀਸਰੇ ਪਾਤਸ਼ਾਹ ਦੇ ਪੁੱਤਰ ਵੱਡੇ, ਬਾਬਾ ਮੋਹਨ ਜੀ ਤੇ ਮੋਹਰੀ ਜੀ। ਮੋਹਰੀ ਜੀ ਨੇ ਮੱਥਾ ਟੇਕਤਾ ਸੀ ਜਦੋਂ ਗੁਰੂ ਰਾਮਦਾਸ ਨੂੰ ਗੱਦੀ ਮਿਲੀ ਹੈ, ਪਰ ਉਸ ਟਾਈਮ ਤੇ ਬਾਬਾ ਮੋਹਨ ਜੀ ਨੇ ਮੱਥਾ ਨਹੀਂ ਸੀ ਟੇਕਿਆ। ਕਹਿੰਦੇ ਇਹ ਤਾਂ ਆਪਣਾ ਘਰ ਦਾ ਜਵਾਈ ਹੈ, ਤੁਸੀਂ ਸਾਨੂੰ ਛੱਡ ਕੇ ਇਹਨਾਂ ਨੂੰ ਗੱਦੀ ਦੇਤੀ ਹੈ, ਇਉਂ ਆਖਿਆ ਸੀ। ਤੇ ਉਸ ਟਾਈਮ ਤੇ ਤੀਸਰੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਵਚਨ ਕਰਤਾ ਸੀ, ਕਹਿੰਦੇ ਤੇਰਾ ਆਧਾਰ ਤਾਂ ਹੋਵੇਗਾ ਜਦੋਂ ਗੁਰੂ ਦੇ ਚਰਨਾਂ ਤੇ ਸਿਰ ਝੁਕਿਆ ਤੇਰਾ। ਸਮਾਂ ਆਵੇਗਾ ਤੈਨੂੰ ਗੁਰੂ ਦੇ ਚਰਨਾਂ ਤੇ ਝੁਕਣਾ ਪੈਣਾ, ਮੱਥਾ ਟੇਕਣਾ ਪੈਣਾ। ਪਰ ਉਹਨੇ ਨਹੀਂ ਟੇਕਿਆ ਗੁਰੂ ਰਾਮਦਾਸ ਨੂੰ। ਸਮਾਂ ਆ ਗਿਆ ਫਿਰ। ਵੇਖੋ ਤੀਸਰੇ ਪਾਤਸ਼ਾਹ ਦਾ ਵਚਨ, ਤੇ ਨਾਲ ਫਿਰ ਇੱਕ ਵਚਨ ਸੀ ਦਰਗਾਹ ਨੂੰ ਜਾਣ ਤੋਂ ਪਹਿਲਾਂ ਵੀ ਆ ਜਿਹੜੀਆਂ ਪੋਥੀਆਂ ਖਜ਼ਾਨਾ ਮੋਹਨ ਇਹ ਤੈਨੂੰ ਸੰਭਾਲਿਆ, ਤੇ ਤੁਸੀਂ ਇਹ ਖਜ਼ਾਨਾ ਖਿਆਲ ਨਾਲ ਰੱਖਣਾ, ਪੂਰਾ ਡਟ ਕੇ ਪਹਿਰਾ ਦੇਣਾ, ਤੇ ਇਸ ਖਜ਼ਾਨੇ ਨੂੰ ਐਰ ਗੈਰ ਕੋਈ ਨਾ ਲੈ ਜਾਵੇ। ਕਲਯੁਗ ਦੇ ਵਿੱਚ ਬਨਾਉਟੀ ਗੁਰੂ ਬਹੁਤ ਬਣ ਜਾਣਗੇ, ਇਉਂ ਆਖਿਆ। ਪਰਖ ਕਰਕੇ ਦਿਓ, ਵੇਖ ਕੇ। ਆਖੇ ਜੀ 7 ਵਚਨ ਚੁਬਾਰਾ ਪਾ ਲਿਆ ਬਾਬਾ ਮੋਹਨ ਜੀ ਨੇ, ਪੱਕੀ ਪੌੜੀ ਚਾੜ ਲਈ, ਤੇ ਬਹੁਤ ਭਾਰੇ ਪਾਵਿਆਂ ਵਾਲਾ ਪਲੰਘ ਬਣਾ ਲਿਆ, ਉਹਦੇ ਤੇ ਪੋਥੀਆਂ ਰੱਖ ਲੀਆਂ। ਪੋਥੀਆਂ ਰੱਖ ਕੇ ਤੇ ਅੰਦਰੋਂ ਕੁੰਡਾ ਲਾ ਕੇ, ਇੱਕ ਹੱਥ 'ਚ ਮਾਲਾ, ਇੱਕ 'ਚ ਸ਼ਾਸਤਰ ਫੜ ਕੇ, ਤੇ ਡਟ ਕੇ ਪਹਿਰਾ ਦਿੱਤਾ। 8-9 ਸਾਲ ਪਹਿਰਾ ਦਿੱਤਾ। ਇਹ ਸਮਾਂ ਆ ਗਿਆ ਫਿਰ ਚੌਥੇ ਪਾਤਸ਼ਾਹ ਤੋਂ ਬਾਅਦ ਪੰਚਮ ਪਾਤਸ਼ਾਹ ਦਾ। ਜਾਓ ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਕੇ ਆਓ। ਬਾਬਾ ਬੁੱਢਾ ਜੀ ਗਏ, ਬਾਬਾ ਜੀ ਜਾਨ ਸਾਹਿਬ ਪੌੜੀ ਚੜ੍ਹ ਗਏ। ਜਾ ਕੇ ਆਖਿਆ ਬਾਬਾ ਮੋਹਨ ਜੀ ਬਾਹਰ ਖੋਲੂ। ਬਾਬਾ ਮੋਹਨ ਜੀ ਨੂੰ ਪਤਾ ਲੱਗ ਗਿਆ ਕੋਈ ਨਾ ਚਿਰ ਦੇ ਤੀਸਰੇ ਪਾਤਸ਼ਾਹ ਦੇ ਵਚਨ ਨੂੰ ਪਾਲਦੇ। ਵਚਨ ਪਾਲਣਾ ਬੜਾ ਚੰਗਾ ਹੈ, ਅਨੁਭਵੀ ਹੋ ਜਾਂਦਾ ਬੰਦਾ। ਤੇ ਸ਼ਬਦ ਚੱਲਦਾ ਸੀ ਬੈਠੇ ਅੰਦਰ, ਗੁਰਮੁਖਾਂ ਵਾਸਤੇ ਸ਼ਬਦ ਚੱਲਦਾ। ਗੁਰਮੁਖ ਨਾਦਮ, ਨਾਦ ਸ਼ਬਦ 24 ਘੰਟੇ। ਗੁਰਮੁਖ ਵੇਦਮ, ਗੁਰਮੁਖ ਰਿਹਾ, ਰੌਲਾ ਨਹੀਂ ਪਾਉਂਦਾ। ਉਹ ਆਪੇ ਪਤਾ ਲੱਗਦਾ ਸੰਗਤਾਂ ਨੂੰ, ਆਪੇ ਵੀ ਇਹਦਾ ਸ਼ਬਦ ਚੱਲਦੇ। ਜਿਹਨੂੰ ਸਤਿਗੁਰ ਕਹਿੰਦੇ ਹਰਨ ਭਰਨ ਜਾਂ ਕਾ ਨੇਤਰ ਫੋਰ, ਇਸਕਾ ਮੰਤਰ ਨਾ ਜਾਣਾ, ਉਸ ਗੱਲ ਨੂੰ ਹੋਰ ਕੋਈ ਹਰੇਕ ਜਾਣ ਨਹੀਂ ਸਕਦਾ। ਉਹ ਤੀਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਫੇਰ ਵੀ ਕਮਾਈ ਸੀ, ਬਚਨ ਨੂੰ ਪਾ ਰਹੇ ਸੀ। ਹੱਥ 'ਚ ਮਾਲਾ ਫੜ ਕੇ ਕਿੰਨੇ ਹੀ ਸਾਲ ਕੱਢਦੇ ਸੀ ਪਹਿਰਾ ਦੇਣ ਤੇ। ਅਭਿਆਸ ਬਣ ਗਿਆ, ਸ਼ਬਦ ਬਣ ਗਿਆ। ਬਣਾਓ ਆਪਣੇ ਵਾਸਤੇ ਠੀਕ। ਕਥਾ ਆਈ ਆ ਹੁਣ, ਕਥਾ ਦੇ ਵਿੱਚ ਇਸਤਰੀ ਰੂਪ ਮਾਇਆ ਦੇ ਬਚਨ ਕੀਤੇ ਹੈ। ਤੇ ਵੇਖੋ ਮਾਇਆ ਘਰ ਵਾਲੀ ਬਣ ਜਾਂਦੀ ਹੈ, ਜਾਣੀ ਸਰੀਰ ਤੇ ਕਬਜ਼ਾ ਕਰ ਜਾਂਦੀ ਬੰਦੇ ਤੇ, ਬੰਦੇ ਨੂੰ ਮਿੱਟੀ 'ਚ ਰਲਾ ਦਿੰਦੀ ਹੈ ਮਾਇਆ। ਮਾਇਆ ਕਾਲੀ ਨਾਗਣੀ, ਬਿਨਾਂ ਦੰਦਾਂ ਜਗ ਖਾਇਆ।
ਇਹ ਮਾਇਆ ਨੇ। ਵੱਡੇ ਵੱਡੇ ਰਿਸ਼ੀ ਮੁਨੀ ਲੁਭਾਏਵਾਨ ਕਰ ਲਏ, ਨਾਰਦ ਵਰਗੇ ਹੋਰ ਬੜੇ ਬੜੇ, ਤੇ ਸਾਧ ਸੰਗਤ ਤੇ ਮਾਇਆ ਸ਼ਬਦ ਤੋਂ ਬਿਨਾਂ ਬਸ ਨਹੀਂ ਹੁੰਦੀ, ਅਭਿਆਸ ਤੋਂ ਬਿਨਾਂ। ਗੁਰੂ ਜੀ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਜੋ ਚੱਲਦਾ ਨਾ ਮੰਤਰ ਮਨ ਮਾਨ, ਗੁਰ ਕਾ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਉਦੋਂ ਫਿਰ ਮਾਇਆ ਮਗਰ ਲੈਂਦੀ ਹੈ। ਉਹ ਮਾਇਆ ਦੇ ਚਲਿੱਤਰਾ ਮਾਇਆ ਨੇ ਬੰਦੇ ਨੂੰ ਐ ਮਿੱਟੀ 'ਚ ਰਲਾ ਦੇਣਾ। ਬੰਦੇ ਨਾਲ ਇਸਤਰੀ ਰੂਪ ਮਾਇਆ ਇਹ। ਇਸ ਕਰਕੇ ਸਮੇਂ ਦੀ ਸਕੋਚ ਹੈ। ਮੈਂ ਵਿਚਾਰ ਕਰ ਰਿਹਾ, ਮਹਾਂਪੁਰਖਾਂ ਨੇ, ਬਾਬਾ ਜੀ ਵਰਗੇ ਮਹਾਂਪੁਰਖਾਂ ਨੇ ਆਪਣੇ ਸੇਵਕ ਨੂੰ ਆਖਿਆ ਅਸੀਂ ਤਾਂ ਦਰਗਾਹ ਨੂੰ ਜਾਣਾ ਹੈ ਤੇ ਤੂੰ ਆਪਣੇ ਡੇਰੇ ਤੋਂ ਬਾਹਰ ਨਾ ਜਾਈਂ, ਮਾਇਆ ਬੜੀ ਭੈੜੀ ਹੈ। ਡੇਰੇ ਤੋਂ ਬਾਹਰ ਤਾਂ ਹੁਣ ਜਾਣਾ ਹੀ ਪੈਂਦਾ। ਉਹਨਾਂ ਨੇ ਆਖਿਆ ਸੀ ਜੋ ਸਾਡੀ ਮਰਜ਼ਾਦਾ ਬੰਦੀ ਹੈ ਇਸ ਤੋਂ ਬਾਹਰ ਨਾ ਜਾਈਂ, ਬਾਹਰ ਨਾ ਜਾਈਂ। ਉਹ ਬਹੁਤ ਘੱਟ ਬਾਹਰ ਜਾਂਦੇ ਸੀ ਵੱਡੇ ਮਹਾਂਪੁਰਸ਼, ਤੇ ਮਾਇਆ ਦਾ ਉਹਨਾਂ ਨੂੰ ਸਾਰਾ ਪਤਾ ਲੱਗਦਾ, ਸ਼ਬਦ ਚੱਲਦਾ ਸੀ ਉਹਨਾਂ ਨੂੰ। ਜਦੋਂ ਜੋਤੀ ਜੋਤ ਸਮਾ ਗਏ ਮਹਾਂਪੁਰਸ਼ ਤੇ ਉਹਨਾਂ ਨੇ ਸੇਵਕ ਨੂੰ ਪੱਗ ਮਿਲੀ, ਤੇ ਉਹ ਟਾਈਮ ਤੇ ਇੱਕ ਦਿਨ ਮਾਇਆ ਆ ਗਈ। ਇਹ ਵੱਡੇ ਬਾਬਾ ਜੀ ਰਸਨਾ ਦੀ ਮੋਹਰ ਲੱਗਿਆ ਵਚਨ, ਮਾਇਆ ਆ ਗਈ ਤੇ ਮਹਾਂਪੁਰਖ ਬੈਠੇ, ਸੇਵਕ ਬੈਠੇ ਸੀ, ਤੇ ਕਹਿਣ ਲੱਗੇ ਮਹਾਂਪੁਰਸ਼ ਕਹਿੰਦੇ ਮਾਇਆ ਸਿਆਣ ਲਈ ਉਹਨਾਂ ਨੇ। ਕਹਿੰਦੇ ਕਿਵੇਂ ਆਈ ਹੈ? ਕਹਿਣ ਲੱਗੀ ਮੈਂ ਬਹੁਤ ਸੰਤਾਂ ਦਾ ਇਮਤਿਹਾਨ ਕਰਨ ਵਾਸਤੇ ਆਈ ਹਾਂ, ਪਰਖ ਕਰਨ ਵਾਸਤੇ ਆਈ ਹਾਂ ਸੰਤ ਮਹਾਂਪੁਰਸ਼ਾਂ ਦਾ। ਤੇ ਇਸ ਕਰਕੇ ਇਹ ਵੀ ਮਾਇਆ ਹੁੰਦੀ ਹੈ। ਜੇ ਇੱਥੇ ਬੰਦਾ ਬੰਦਾ ਬੈਠਾ ਤੇ ਸਾਧ ਸੰਤ ਬਚਨ ਨਾ ਸੁਣੇ, ਬਚਨ ਨਾ ਮੰਨੇ, ਸਮਝੇ ਮਾਇਆ ਪੈ ਗਈ ਉਹਦੇ ਤੇ। ਜੇ ਇੱਥੇ ਬਾਹਰੋਂ ਆਇਆ ਬੰਦਾ ਇੱਥੇ ਨਾ ਬੈਠੇ, ਸਮਝੋ ਇਹ ਵੀ ਮਾਇਆ ਹੀ ਹੈ। ਆਪਦੇ ਅੰਦਰ ਝਾਤੀ ਮਾਰ ਕੇ ਵੇਖੇ, ਮਾਇਆ ਪਏਗੀ ਬਸ। ਇਹ ਗੱਲ ਤਿੰਨ ਕਾਲ ਸੱਤਾ ਮਹਾਂਪੁਰਖਾਂ ਦਾ ਰਸਨ ਵਿਅਰਥਿਆ ਨਹੀਂ ਜਾਊਗਾ, ਉਵੇਂ ਹੋਊ। ਮਾਇਆ ਉਹਦੇ ਜਿਉਂਦੇ ਨੂੰ ਖਾ ਗਈ, ਮਰੇ ਨੂੰ ਤਾਂ ਖਾਧਾ ਹੀ ਪਿਆ। ਤੇ ਇਸ ਕਰਕੇ ਸਾਧ ਸੰਗਤ ਕਈ ਸਮਾਧੀ ਲਾ ਕੇ ਬੈਠੇ ਆ। ਬਾਬਾ ਜੀ ਕਹਿੰਦੇ ਗ੍ਰਸਤੀ ਲੋਕ ਦਾਤਾ ਲੈ ਜਾਣਗੇ, ਕਈ ਸਾਡੇ ਕੋਲ ਰਹਿਣ ਵਾਲੇ ਇੱਥੇ ਖਾਲੀ ਰਹਿ ਜਾਣਗੇ। ਕਈ ਗ੍ਰਸਤੀ ਲੋਕ ਇੱਥੇ, ਬੜਾ ਬਾਬਾ ਦੀ ਮਿਹਰ ਆ, ਕਿੰਨਾ ਚਾਹ ਹੋਇਆ ਕਿ ਬੱਚਿਆਂ ਨੂੰ, ਜਵਾਕਾਂ ਨੂੰ ਹੋਰ ਪਾਠੀ ਸਿੰਘ ਦਾਤਾਂ ਲੈ ਗਏ ਆ। ਇਹ ਬਾਬਾ ਜੀ ਦੇ ਬਚਨ ਹੈ। ਇਸ ਕਰਕੇ ਦਾਤਾਂ ਉਹ ਨਹੀਂ ਮਿਲਦੀਆਂ ਐਵੇਂ ਮਾੜੀ ਜੀ ਗੱਲ ਦੇ ਨਾਲ। ਇਹ ਤਾਂ ਦਾਤ ਪਿਆਰੀ ਵਿਸਰਿਆ ਦਤਾਰਾ, ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤੇ ਸਿੱਧੇ। ਉੱਥੇ ਸਾਧ ਸੰਗਤ ਮਾਇਆ ਦੀ ਸਿਆਣ ਕਰ ਲਈ। ਇਹ ਪਤਾ ਲੱਗਦਾ ਵੀ ਜਿਹੜੇ ਬਚਨ ਸੁਣਦੇ ਨੇ ਸ਼ਬਦ ਉੱਤੇ ਚੱਲਣਾ ਨਹੀਂ ਗਾ। ਗੁਰੂ ਸਾਹਿਬ ਐਂਡੇ ਵੇਖ ਰਹੇ ਆ ਵੀ ਇਹਨਾਂ ਤੇ ਮਾਇਆ ਪਈ ਹੋਈ ਹੈ ਲੋਕਾਂ ਤੇ। ਉੱਥੇ ਸਾਧ ਸੰਗਤ ਮਹਾਂਪੁਰਖਾਂ ਦਾ ਸ਼ਬਦ ਚੱਲਦਾ ਸੀ। ਮਹਾਂਪੁਰਖਾਂ ਨੇ ਵੇਖ ਲਿਆ ਮਾਇਆ। ਕਹਿੰਦੇ ਨੌਜਵਾਨ ਇਸਤਰੀ ਦਾ ਰੂਪ ਧਾਰਿਆ ਸੀ, ਆਰ ਸ਼ਿੰਗਾਰ ਲਾਇਆ ਸੀ ਉਹਦਾ। ਉਹ ਕਹਿੰਦੇ ਮਾਇਆ ਕਿਵੇਂ ਫਿਰਦੀਆਂ? ਕਹਿੰਦੀ ਤੁਹਾਡੇ ਵਰਗੇ ਸੰਤਾਂ ਦਾ ਇਮਤਿਹਾਨ ਕਰਦੀ ਫਿਰਦੀਆਂ, ਇਮਤਿਹਾਨ। ਤੇ ਕਹਿੰਦੇ ਆਹ ਤੇਰੇ ਕੋਲੇ ਹੱਥ ਕੜੀ ਹੈ। ਉਹ ਕਹਿੰਦੀ ਜਿਹੜਾ ਮਾੜਾ ਮੋਟਾ ਹੂੰ ਫਾਂ ਜੀ ਕਰੇ ਤੇ ਮੈਂ ਦੋਨੇ ਬਾਹਾਂ ਬੰਨ ਲੈਂਦੀਆਂ ਉਹਦੀਆਂ। ਕਹਿੰਦੇ ਆ ਕੰਡਿਆਲਾ ਚੱਕਿਆ ਤੇਰੇ ਕੋਲੇ, ਖੋਤੇ ਦੇ ਪਾਉਣ ਵਾਲਾ, ਗਧੇ ਦੇ, ਘੋੜੇ ਦੇ,
ਇਹ ਕੀ ਕਰਦੀ? ਕਹਿੰਦੀ ਜਿਹੜਾ ਬੜਾ ਜ਼ਿਆਦਾ ਆਪਦੇ ਆਪ ਨੂੰ ਸ਼ੈਤਾਨ ਆਖੇ, ਮੈਂ ਉਹਦੇ ਕੰਡਿਆਲਾ ਵੀ ਪਾ ਲੈਣੀ ਹੈ। ਇਉਂ ਆਖਿਆ, ਕੰਡਿਆਲਾ ਵੀ ਪਾ ਲੈਣੀ ਹੈ। ਉਹ ਕਹਿਣ ਲੱਗੇ, ਸੰਤ ਕਹਿੰਦੇ ਫਿਰ ਮੈਨੂੰ ਕੀ ਗੱਲ ਹੈ, ਮੇਰੇ ਵਾਸਤੇ ਕਿਵੇਂ? ਉਹਨੇ ਚੁਟਕੀ ਮਾਰੀ। ਉਹ ਕਹਿੰਦੀ ਤੈਨੂੰ ਤਾਂ ਮੈਂ ਚੁਟਕੀ ਦੇ ਨਾਲ ਹੀ ਕੀਲ ਲੂੰ। ਉੱਥੇ ਪਿਆ ਸੀ ਖੂੰਡਾ। ਸੰਤਾਂ ਨੂੰ ਗੁੱਸਾ ਆਇਆ, ਹੰਝੜੇ ਕਰਕੇ ਮਾਰਿਆ, ਮਾਇਆ ਲੋਪ ਹੋ ਗਈ। ਦੂਰ ਜਾ ਕੇ ਕਹਿੰਦੀ ਸੰਤ ਜੀ ਖਿਆਲ ਰੱਖੀ, ਮੈਂ ਕਿਸੇ ਦਿਨ ਆਊਂ ਜ਼ਰੂਰ, ਆਊਂ ਜ਼ਰੂਰ। ਕਹਿੰਦੇ ਚੰਗਾ ਤੂੰ ਦੱਸਦਾ ਤੇ ਮੈਂ ਖਿਆਲ ਹੀ ਤੇਰਾ ਰੱਖੂ, ਹੁਣ ਖਿਆਲ ਰੱਖੂ। ਇੱਕ ਦਿਨ ਸਮਾਂ ਹੋਇਆ, ਨਿੱਕੀ ਜੀ ਬੱਚੀ ਬਣ ਕੇ ਆ ਗਈ ਤੇ ਕੁੰਭ ਦਾ ਮੇਲਾ ਸੀ, ਜਿੱਥੇ ਡੇਰਾ ਸੀ ਉੱਥੇ ਨੇੜੇ। ਤੇ ਉਹ ਬੱਚੀ ਬਣ ਕੇ ਆ ਗਈ ਤੇ ਉਧਰ ਦਿਨ ਛਿਪਿਆ ਤੇ ਨਾਲ ਇੱਕ ਬਜ਼ੁਰਗ। ਉਹ ਕਹਿੰਦੇ ਜੀ ਇਹ ਉੱਟਲ ਗਈ ਹੈ ਆਪਦੇ ਮਾਂ ਪਿਓ ਚੋਂ, ਤੇ ਡੇਰੇ 'ਚ ਇਹ ਰੱਖੋ ਤੇ ਸਵੇਰੇ ਕੋਈ ਬੰਦਾ ਇਹਨਾਂ ਨੂੰ ਮੌਰਾਂ ਤੇ ਲੈ ਕੇ ਤੇ ਉੱਥੇ ਕੁੰਭ ਦੇ ਮੇਲੇ ਤੇ ਲੈ ਕੇ ਜਾਵੇ, ਗੇੜਾ ਦੇਵੇ। ਸੰਤ ਮਹਾਂਪੁਰਸ਼ ਕਹਿੰਦੇ ਬਈ ਸਾਡੀ ਤਾਂ ਮਰਜ਼ਾਦਾ ਨਹੀਂ, ਅਸੀਂ ਤਾਂ ਇਸਤਰੀ ਨੂੰ ਡੇਰੇ 'ਚ ਰੱਖਦੇ ਨਹੀਂ। ਕਹਿੰਦੀ ਇਹਦਾ ਬੱਚੀ ਹੈ, 12-15 ਸਾਲ ਦੀ ਹੈ। ਉਹ ਕਹਿੰਦੇ ਨਹੀਂ ਅਸੀਂ ਤਾਂ ਨਹੀਂ ਰੱਖਦੇ ਡੇਰੇ 'ਚ। ਤੇ ਉਧਰ ਦਿਨ ਛਿਪਦਾ ਜਾਵੇ, ਐਂ ਕਰਦਿਆਂ ਹੋਇਆ ਤੇ ਉਹ ਕਹਿਣ ਲੱਗੀ ਮਹਾਂਪੁਰਸ਼ੋ ਬੇਤਰਸ ਕਰੋ, ਮੈਂ ਬਾਲ ਆ, ਬੱਚੀ ਆ, ਤੁਸੀਂ ਕਿਰਪਾ ਕਰੋ। ਦਿਨ ਛਿਪਣ ਵਾਲਾ ਕਿਸੇ ਨੂੰ ਕੀ ਪਤਾ, ਮੈਨੂੰ ਛੱਡ ਕੇ ਆਓ ਉੱਥੋਂ ਤਾਈਂ, ਮੈਨੂੰ ਨਗਾਇਆ ਹੋਗਾ, ਗਾਂ ਨਗਾਇਆ ਹੋ। ਜੇ ਮੈਨੂੰ ਡੇਰੇ 'ਚ ਨਹੀਂ ਰੱਖਣਾ, ਮਹਾਂਪੁਰਖਾ ਹੋ ਥੋੜਾ ਠਹਿਰ ਗਏ 2 ਮਿੰਟ। ਜਦ ਜਮਾਂ ਹੀ ਦਿਨ ਛਿਪ ਗਿਆ, ਮਹਾਂਪੁਰਖ ਕਹਿੰਦੇ ਚਲੋ ਇਹ ਵੀ ਪਰਪਕਾਰ ਹੀ ਹੈ, ਕੀ ਪਤਾ ਲੱਗਦਾ। ਜਾਣੀ ਐਡੇ ਗੁੰਝੜੀਦਾਰ ਮਾਇਆ ਹੈ। ਤੇ ਉਹ ਉਹਨੂੰ ਲੈ ਤੁਰੇ ਤੇ ਸੰਤਾਂ ਨੂੰ ਗਰਫੜੀ ਪਾ ਲਈ। ਕਹਿੰਦੀ ਮੈਨੂੰ ਡਰ ਲੱਗਦਾ, ਆਹ ਬੋਲਦੇ ਆ, ਜਾਨਵਰ ਬੋਲਦੇ ਆ, ਸ਼ੇਰ ਮੁਖਦੇ ਆ। ਤੇ ਮੱਲੋ ਮੱਲੀ ਨਾ ਤੇ ਬੱਖੀ ਨੂੰ ਚਿਮੜ ਗਈ ਤੇ ਲੱਤਾਂ ਤਾਂ ਚੱਕ ਕੇ ਤੇ ਕਹਿੰਦੀ ਵੀ ਮੈਨੂੰ ਚੱਕ ਲਓ, ਤੁਸੀਂ ਚੱਕ ਲਓ। ਤੇ ਗਾਂ ਪਾਣੀ ਸੀ, ਕਹਿੰਦੀ ਹਾਏ ਮੈਂ ਪਾਣੀ 'ਚ ਡੁੱਬ ਜੂ, ਮੈਨੂੰ ਪਾਣੀ ਖਤਰਾ ਲੱਗਦਾ ਬਹੁਤ ਜ਼ਿਆਦਾ, ਮੈਨੂੰ ਡਰ ਲੱਗਦਾ। ਤੇ ਐਂ ਕਰਕੇ ਨਾ ਤੇ ਪਲਾਕੀ ਮਾਰ ਕੇ ਮਹਾਂਪੁਰਖਾਂ ਦੇ ਬਹਿ ਗਈ ਮੋਹਰਾਂ ਤੇ ਲਾਲ ਰੰਗ ਦੀ ਉਹਦੇ ਕੋਲ ਚੁੰਨੀ ਸੀ ਲਈ ਹੋਤੀ ਛੋਟੀ ਜੀ, ਉੱਤੇ ਬੈਠੀ ਨਾ ਉਹਨੂੰ ਬੱਠੇ ਦੇ ਗਏ ਰੱਸੀ ਬਣਾ ਲਈ। ਬਣਾ ਕੇ ਤੇ ਸਾਧ ਸੰਗਤ ਗਾਂ ਜਾ ਕੇ ਨਾ ਜੋ ਪਾਣੀ ਵਾਹਵਾ ਸੀ, ਸੰਤ ਪਰਪਕਾਰ ਕਰਦੇ ਨਗਾਉਂਦੇ ਆ। ਤੇ ਜਦੋਂ ਸੰਤਾਂ ਦਾ ਮੂੰਹ ਟੱਡ ਕੇ ਨਾ ਰੱਸੀ ਮੂੰਹ 'ਚ ਪਾ ਕੇ ਤੇ ਲਗਾਮ ਮਗਰ ਗੰਢ ਦੇ ਕੇ ਕਹਿੰਦੀ ਚੱਲ ਬਈ ਖੋਤਿਆ, ਚੱਲ ਬਈ ਖੋਤਿਆ, ਚੱਲ ਵੀ ਖੋਤਿਆ, ਤੂੰ ਕਹਿੰਦਾ ਡੇਰੇ 'ਚ ਨਿਕਲਦਾ ਨੀਗਾ। ਮਹਾਂਪੁਰਖਾਂ ਨੇ ਚਲਾ ਕੇ ਮਾਰੀ। ਉਹ ਕਹਿੰਦੀ ਕੁਛ ਕਰ ਲਾ, ਮੈਂ ਜਿਹੜਾ ਕੰਮ ਕਰਨਾ ਸੀ ਕਰਤਾ। ਕੰਮ ਕਰਨ ਇਹ ਵੱਡੇ ਬਾਬਾ ਜੀ ਦੇ ਬਚਨ ਹੈ। ਇਸ ਕਰਕੇ ਅੱਜ ਕਥਾ ਆਈ ਹੈ ਇਸ ਗੱਲ ਦੀ। ਜਿਨ੍ਹਾਂ ਨੇ ਸੁਣੀ ਹੈ, ਦਾਸ ਉੱਥੇ ਬੈਠੇ ਰਿਹਾ, ਕਥਾ ਸੁਣਦਾ ਰਿਹਾ। ਬਹੁਤ ਡੂੰਘੀ ਕਥਾ ਸੀ ਪਾਤਸ਼ਾਹ ਦੀ। ਇਸ ਕਰਕੇ ਸਤਿਗੁਰੂ ਗੁਰੂ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਸੀ, ਮੁਆਣ ਪੋਥੀਆਂ ਦਾ ਖਿਆਲ ਰੱਖੀ ਤੇ ਕਿਸੇ ਐਰ ਗੈਰ ਨੂੰ ਦੇਈ ਨਾ। ਹੁਣ ਕਿਸੇ ਦਾ ਕੀ ਪਤਾ ਲੱਗਦਾ, ਬਾਲੇ ਤਾਂ ਲੱਕੜ ਦਾ ਨਹੀਂ ਪਤਾ ਲੱਗਦਾ, ਬਾਲਿਆਂ ਲੋਹੇ ਦੀ ਪਰਖ ਨਹੀਂ ਹੈ, ਬਾਲਿਆਂ ਨੂੰ ਤਾਂ ਚਾਂਦੀ ਦੀ, ਤਾਂਬੇ ਦੀ, ਸੋਨੇ ਦੀ ਪਰਖ ਨਹੀਂ ਹੈ। ਪੂਰਨ ਬ੍ਰਹਮ ਗਿਆਨੀ ਦੀ ਪਰਖ ਕਿੱਥੇ? ਬਹੁਤ ਮਗਜ ਮਾਰਿਆ ਜੀਵ ਦਾ, ਬਹੁਤ ਬੁੱਧੀ ਐਸੀ ਹੈ। ਤੇ ਉੱਥੇ ਸਾਧ ਸੰਗਤ ਗੁਰੂ ਬਾਬਾ ਜੀ ਨੇ ਭੇਜੇ
ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਮੋਹਨ ਜੀ ਨੂੰ ਆਵਾਜ਼ ਦਿੱਤੀ। ਬਾਬਾ ਜੀ ਨੂੰ ਪਤਾ ਲੱਗ ਗਿਆ ਸ਼ਬਦ ਚੱਲਦਾ ਸੀ। ਮੈਂ ਵਿਚਾਰ ਉੱਥੇ ਤੋੜਾ ਝਾੜਦਾ ਵੀ ਆਏ ਆ ਵੀ ਬਚਨ ਨੂੰ ਪੱਲੇ ਬੰਨ੍ਹ ਕੇ ਲੈ ਕੇ ਜਾਓ, ਤੇ ਸ਼ਬਦ ਚੱਲਦਾ ਸੀ। ਬਾਬਾ ਮੋਹਨ ਜੀ ਨੂੰ ਅੰਦਰ ਹੀ ਪਤਾ ਲੱਗ ਗਿਆ ਵੀ ਜਿਹੜਾ ਬਾਬਾ ਬੁੱਢਾ ਜੀ ਆਏ ਹੈ ਕਿ ਖੈਰ ਨਹੀਂ, ਇਹਨਾਂ ਦਾ ਕੀ ਕੰਮ ਆਉਣ ਦਾ। ਬਾਜ ਨਹੀਂ ਦਿੱਤੀ, ਜਮੇ ਨਹੀਂ ਦਿੱਤੀ ਬਾਜ, ਤਖਤੇ ਵੀ ਖੜਕਾਏ। ਬਾਬਾ ਬੁੱਢਾ ਜੀ ਤਕੜੇ ਸੀ, ਬਾਜ ਦੂਜੇ ਪਿੰਡ ਤਾਂ ਹੀ ਜਾਂਦੀ ਸੀ। ਲੋਕ ਕੋਠਿਆਂ ਤੇ ਬਹਿੰਦੇ ਸੀ, ਬਾਬਾ ਮੋਹਨ ਜੀ ਕਿਉਂ ਨਹੀਂ ਬਾਹਰ ਆਏ। ਬਾਹਰ ਅਖੀਰ ਬਾਬਾ ਬੁੱਢਾ ਜੀ 5 ਸਿੱਖ ਮੁੜ ਗਏ, ਕਹਿੰਦੇ ਬਾਬਾ ਜੀ ਖਾਲੀ ਆਉਨੇ ਆ। ਕਹਿੰਦੀ ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਬਾਬਾ ਮੋਹਨ ਜੀ ਨੇ ਬਾਹਰ ਹੀ ਨਹੀਂ ਖੋਲਿਆ। ਕਹਿੰਦੇ ਕਿਉਂ ਨਹੀਂ ਖੋਲਿਆ। ਕਹਿੰਦੇ ਪਾਤਸ਼ਾਹ ਦੇ ਜੱਟਾਂ ਮੋਟੀ ਮੱਤ 2 ਹੀ ਲੱਖਣ, ਜਾਂ ਤਾਂ ਉਹਨਾਂ ਨੂੰ ਹੰਕਾਰ ਹੋ ਗਿਆ। ਗੁਰੂ ਜੀ ਕਹਿੰਦੇ ਹੰਕਾਰ ਤਾਂ ਨਹੀਂ ਹੋਇਆ, ਤੇ ਕਹਿੰਦੇ ਸਾਡਾ ਦੂਜਾ ਬਚਨ ਹੁੰਦਾ ਹੈ ਵੀ ਜਾਓ ਵਧੇ ਹੋ ਕੇ ਸਰੀਰ ਛੱਡ ਗਏ। ਸਰੀਰ ਛੱਡ ਗਿਆ ਨੇ ਉਹ ਆਖਿਆ, ਸ਼ਬਦ ਨਾਲ ਲੀਨ ਹੋ ਗਿਆ। ਗੁਰੂ ਜੀ ਕਹਿੰਦੇ ਨਾ ਤਾਂ ਵਧੇ ਹੋਏ ਆ, ਨਾ ਵਧੇ ਹੋਇਆ ਤੇ ਨਾ ਹੀ ਹੰਕਾਰ ਹੋਇਆ। ਕਹਿੰਦੇ ਫਿਰ ਕਹਿੰਦੇ ਉਹ ਜਾਣ ਗਿਆ ਤੁਹਾਡੀ ਗੱਲ ਨੂੰ। ਕਿੰਨਾ ਸੋਹਣਾ ਵਚਨ। ਗੁਰੂ ਅਰਜਨ ਸਾਹਿਬ ਕਹਿੰਦੇ ਜਾਣ ਗਿਆ ਤੁਹਾਡੀ ਗੱਲ ਨੂੰ, ਵੀ ਇਹ ਕਿਵੇਂ ਆਏ ਹੈ। ਕਮਾਈ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਆਇਆ, ਕਿਵੇਂ ਬੈਠਾ, ਇਹ ਕੀ ਕਰਦਾ ਹੈ, ਪਤਾ ਲੱਗ ਜਾਂਦਾ ਮਹਾਰਾਜ। ਪਰ ਉਹ ਕਮਾਈ ਵਾਲਿਆਂ ਨੂੰ ਲੱਗਦਾ। ਉੱਥੇ ਸਾਧ ਸੰਗਤ ਜਿਸ ਟਾਈਮ ਤੇ ਸਮਾਂ ਹੋਇਆ, ਬਾਬਾ ਬੁੱਢਾ ਜੀ ਕਹਿੰਦੇ ਮਿਸਤਰੀ ਲੈ ਜਾਈਏ, ਤਖਤੇ ਪੱਟ ਦਈਏ। ਕਹਿੰਦੇ ਉਹਨਾਂ ਨੇ ਫੇਰ ਵੀ ਨਹੀਂ ਬਾਰ ਖੋਲ੍ਹਣਾ, ਅਸੀਂ ਖੁਦ ਚੱਲਦੇ ਹਾਂ। ਜਦ ਮੈਂ ਵਿਚਾਰ ਕਰਾਂ ਇੱਧਰ ਹਰਮੰਦਰ ਬਣਨ ਲੱਗ ਗਿਆ, ਉਧਰ ਗੁਰੂ ਸਾਹਿਬ ਦੀ ਰਚਨਾ ਸ਼ੁਰੂ ਹੋ ਗਈ, ਉਚਾਰਨਾ ਸ਼ੁਰੂ ਹੋ ਗਏ। ਮੀਆਂ ਮੀਰ ਤੇ ਤਾਂ ਨਿਉਰ ਖਾਈ ਹਰੀ ਮੰਦਰ ਸਾਹਿਬ ਦੀ, ਪਰ ਵਿੱਚ ਹਰੀ ਨੂੰ ਬਿਠਾਉਣ ਵਾਸਤੇ ਗੁਰੂ ਜੀ ਨੇ ਵੇਖੋ ਕਿੰਨਾ ਪਰਪਕਾਰ, ਬਾਹਰ ਜਾਣਾ ਨਹੀਂ ਕੀਤਾ। 3.5 ਸਾਲਾਂ ਵਿੱਚ ਬਾਹਰ ਗਏ ਨਹੀਂ। ਬਸ ਕੈਸਾ ਗੁਰੂ ਆ ਸਾਡਾ, ਅਸੀਂ ਭੁੱਲੇ ਫਿਰਦੇ ਗੁਰੂ ਨੂੰ। ਗੁਰੂ ਜੀ ਕਹਿੰਦੇ ਖੁਦ ਅਸੀਂ ਚੱਲਦੇ ਹਾਂ। ਗੁਰੂ ਸਾਹਿਬ ਚਲੇ ਗਏ। ਜਦੋਂ ਗਏ ਆਵਾਜ਼ ਨਹੀਂ ਦਿੱਤੀ ਬਾਬੇ ਮੋਹਨ ਨੂੰ, ਸ਼ਬਦ ਦੀ ਆਵਾਜ਼। ਕਈ ਬੰਦੇ ਕਹਿੰਦੇ ਬਾਬਾ ਜੀ ਦੱਸ ਦਿਓ, ਮੈਂ ਬਹੁਤ ਵੀ ਕਿਰਪਾ ਨਾਮ ਜਪੀਦਾ ਹੈ, ਗੁਰਦੁਆਰਾ ਸਾਹਿਬ ਜਾਈਦਾ, ਅੰਮ੍ਰਿਤ ਛਕਿਆ ਹੈ। ਉਹਨਾਂ ਦੀ ਅਵਸਥਾ ਦਾ ਪਤਾ ਲੱਗ ਜਾਂਦਾ ਹੈ। ਉਹਨਾਂ ਦਾ 5, 7, 10 ਮਿੰਟ ਹੋਰ ਵੀ ਲੱਗ ਜਾਂਦੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਰੰਗਾ ਲੈ ਲਿਆ ਤੇ ਕੀਰਤਨ ਸ਼ੁਰੂ ਕਰਤਾ। ਹਾੜ ਦਾ ਮਹੀਨਾ ਸੀ, ਗਰਮੀ। ਜਾਣੀ ਕਿੰਨਾ ਗੁਰੂ ਸਾਹਿਬ ਨੇ ਕਠਨ ਸਾਡੇ ਵਾਸਤੇ, ਆਹ ਦਰਬਾਰ ਸਜਾਉਣ ਵਾਸਤੇ। ਇਹਨੂੰ ਸਿਲਮਾ ਡਰਾਮਾ ਮੋਗਰ ਐਵੇਂ ਨਾ ਸਮਝਿਓ, ਵੇਖਿਓ ਕਿਤੇ ਘਾਟਾ ਬਹੁਤ ਪੈ ਜੂਗਾ। ਤੇ ਉੱਥੇ ਸਾਧ ਸੰਗਤ ਜਿਹੜੇ ਟਾਈਮ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਬਾਬਾ ਜੀ, ਬਾਬਾ ਮੋਹਨ ਜੀ ਨੇ ਮੋਰੀ ਖੋਲੀ। ਕਹਿੰਦੇ ਅੱਧਾ ਪੈਰ 1.5 ਘੰਟਾ ਕੀਰਤਨ ਕੀਤਾ ਧੁੱਪੇ ਦੁਪਹਿਰੇ। ਤੇ ਬਾਬਾ ਮੋਹਨ ਜੀ ਨੇ ਮੋਰੀ ਖੋਲੀ, ਬਾਹਰ ਨਹੀਂ ਖੋਲਿਆ ਵੀ ਧੱਕੇ ਨਾ ਕੋਈ ਅੰਦਰ ਨਾ ਆ ਜੇ। ਮੋਰੀ ਖੋਲ ਕੇ ਵੇਖਿਆ
ਸਾਰਿਆਂ ਦੀ ਸੁਰਤੀ ਤੇ ਬਿਰਤੀ ਤੇ ਝਾਕਣੀ ਸੀ ਵੀ ਕਦੋਂ ਬਾਜ ਦਿੰਦੇ, ਕਦੋਂ ਕਿਵੇਂ ਹੁੰਦਾ। ਬਾਬਾ ਬੁੱਢਾ ਜੀ ਨੇ ਆਖਿਆ ਜੀ ਗਰੀਬ ਨਵਾਜ ਹੋ ਗਈ ਕਿਰਪਾ। ਬਾਬਾ ਮੋਹਨ ਜੀ ਨੇ ਮੋਰੀ ਖੋਲ ਲਿਆ, ਸਾਹਮਣੇ ਤੁਹਾਡੇ ਦਰਸ਼ਨ ਕਰਦੇ ਆ। ਦਰਸ਼ਨ ਕਰਦੇ 150 ਸੰਗਤਾਂ ਨਾਲ ਸੀ। ਗੁਰੂ ਜੀ ਨੇ ਸਰੰਗਾ ਰੱਖਤਾ, ਸੇਵਾਦਾਰ ਨੂੰ ਫੜਾਤਾ, ਕੀਰਤਨ ਕਰੋ। ਆਪ ਮਿੱਠ ਬੋਲੜੇ ਸੁਹਾਵੀ ਚਾਲ, ਰੇ ਪਜਾਮਾ ਪੀਲਾ ਚੋਲਾ ਤੇ ਸੋਹਣਾ 6 ਫੁੱਟ ਰੱਬ ਧਰਤੀ ਤੇ ਪੌੜੀ ਚੜ੍ਹ ਕੇ, ਤੇਰੀ ਚਾਲ ਸੁਹਾਵੀ ਸੱਚੇ ਪਾਤਸ਼ਾਹ, ਮਿੱਠੀ ਮਿੱਠੀ ਤੇਰੀ ਬਾਣੀ ਹੈ। ਬਾਬਾ ਮੋਹਨ ਜੀ ਨੇ ਬਾਹਰ ਨਹੀਂ ਖੋਲਿਆ ਤੇ ਉਧਰ ਤਾਂ ਗੁਰੂ ਅਰਜਨ ਸਾਹਿਬ ਤੁਸੀਂ ਭਾਣਜੇ, ਉਧਰ ਸੀ ਸਕਾ ਮਾਮਾ। ਉਹਨਾਂ ਨੇ ਆਖਿਆ ਅਰਜਨ ਕਿਵੇਂ ਆਇਆ, ਕਿਵੇਂ ਆਇਆ। ਗੁਰੂ ਅਰਜਨ ਸਾਹਿਬ ਨੇ ਜੇ ਤੁਸੀਂ ਵੀ ਕੁਛ ਲੈਣਾ ਤਾਂ ਆਪਾਂ ਵੀ ਕੁਛ ਲੈਣਾ, ਨਿਮਰਤਾ ਨੂੰ ਫਲ ਲੱਗੂਗਾ। ਗੁਰੂ ਜੀ ਨੇ ਪਹਿਲਾਂ ਬਚਨ ਕਰਿਆ, ਬਾਬਾ ਮੋਹਨ ਜੀ ਤੁਹਾਡੀ ਚਰਨ ਧੂੜ ਲੈਣ ਆਇਆ। ਪਹਿਲਾਂ ਚਰਨਾਂ ਨੂੰ ਨਮਸਕਾਰ ਕੀਤੀ, ਇਉਂ ਆਖਿਆ। ਫਿਰ ਦੂਜਾ ਆਖਿਆ ਤੁਹਾਡੇ ਦਰਸ਼ਨ ਕਰਨ ਆਇਆ, ਦਰਸ਼ਨ ਕਰਨ ਆਇਆ। ਕਹਿੰਦੇ ਹੋਰ ਕਿਵੇਂ ਆਇਆ। ਜੋ ਤੀਜੀ ਗੱਲ ਆਖੀ ਨਾ, ਕਹਿੰਦੇ ਗੁਰੂ ਕੇ ਖਜ਼ਾਨੇ ਦੇ ਵੀ ਦਰਸ਼ਨ ਕਰਨ ਆਇਆ। ਬਾਬਾ ਮੋਹਨ ਜੀ ਤਾਂ ਪੈ ਨਿਕਲੇ, ਜਾਨੀ ਆਸ਼ਟੇ ਵਚਨ। ਕਹਿੰਦੇ ਮੈਂ ਤੇਰੀ ਗੱਲ ਨੂੰ ਸਾਰੀ ਨੂੰ ਸਮਝ ਗਿਆ। ਉਧਰ ਵੀ ਤੀਸਰੇ ਪਾਤਸ਼ਾਹ ਦੇ ਪੁੱਤਰ ਸੀ ਤੇ ਟਿਕ ਕੇ ਨਾਮ ਜਪਣ ਵਾਲੇ ਸੀ। ਕਮਾਈ ਅੱਜ ਮਾਇਆ ਬੰਦੇ ਨੂੰ ਭਜਾਈ ਫਿਰਦੀ ਹੈ। ਅੱਜ ਛੋਟਾ 16 ਸਾਲ 17 ਸਾਲ 18 ਸਾਲ ਲੜਕੀਆਂ, ਮੈਂ ਆਈਲੈਟਸ ਕੀਤਾ, ਮੈਂ ਕੈਨੇਡਾ ਨੂੰ ਜਾਣਾ, ਉੱਥੇ ਕੋਈ ਫੌੜੇ ਨਾ ਇਕੱਠੇ ਨਹੀਂ ਹੋਣੇ। ਇਹ ਸਭ ਮਾਇਆ ਦਾ ਛਲ ਹੈ ਗੁਰਮੁਖੋ। ਮਾਇਆ ਬੜੀ ਪ੍ਰਬਲ ਹੈ, ਮਾਇਆ ਬੜੀ ਪ੍ਰਬਲ ਹੈ। ਬਾਬਾ ਜੀ ਬੈਠੇ ਸੀ ਇੱਥੇ ਅੱਕਾਂ ਵਾਲੀ, ਉਹ ਅੱਕ ਦਾ ਫੰਬਾ ਜਾਂ ਗੁਰੂ ਨਾਨਕ ਸਾਹਿਬ ਦੇ ਕੋਲੇ ਆ ਗਿਆ। ਇੱਥੇ ਉੱਡਦਾ ਉੱਡਦਾ ਗੋਲ ਜਿਹਾ ਹੁੰਦਾ, ਕੁਕੜੀ ਜੀ ਚੋਂ ਨਿਕਲ ਕੇ, ਤੇ ਗੁਰੂ ਜੀ ਫੜ ਕੇ ਕਹਿੰਦੇ ਮਰਦਾਨਿਆ ਇਹਦਾ ਕੋਈ ਟਿਕਾਣਾ ਹੈ। ਕਹਿਣ ਲੱਗਾ ਜੀ ਟਿਕਾਣਾ ਹੈ, ਆ ਤੁਹਾਡੇ ਹੱਥ 'ਚ ਆ ਗਿਆ। ਗੁਰੂ ਜੀ ਨੇ ਛੱਡਤਾ, ਹਵਾ ਨਾਲ ਉੱਡਿਆ। ਗੁਰੂ ਜੀ ਕਹਿੰਦੇ ਇਹਦਾ ਕੋਈ ਟਿਕਾਣਾ ਨਹੀਂ ਹੈ। ਕਹਿੰਦੇ ਜੀ ਇਹ ਕੀ ਕੌਤਕ ਹੈ। ਕਹਿੰਦੇ ਦੁਨੀਆ ਦਾ ਕੋਈ ਟਿਕਾਣਾ ਨਹੀਂ, ਇਹ ਦੁਨੀਆ ਹੈ ਉੱਡਿਆ ਫਿਰਦਾ ਅੱਖ ਦਾ ਫੰਬਾ ਹੈ ਅੱਖ ਦਾ। ਇਉਂ ਆਖਿਆ, ਸਾਖੀ ਦਿੱਤੀ ਇੱਥੇ ਅੱਕਾਂ ਵਾਲੀ ਦਾ ਜ਼ਿਕਰ ਵੀ ਦੁਨੀਆ ਆਇਆ। ਅੱਗੇ ਬਰਮਾ ਨੂੰ ਗਏ, ਕੋਈ ਕਿੱਧਰ ਗਿਆ, ਕੋਈ ਕਿੱਧਰ ਗਿਆ, ਫੇਰ ਮੁੜੇ। ਇਹ ਦੁਨੀਆ ਦਾ ਚੱਕਰ ਹੈ। ਸ਼ਬਦ ਵੀ ਨਹੀਂ ਉਹ ਭੁੱਲਿਆ ਫਿਰਦਾ। ਹੁਣ ਬਿਮਾਰੀ ਦਾ ਕੋਈ ਐਡੀ ਗੱਲ ਨਹੀਂ ਹੈ, ਪਰ ਮਾਇਆ ਪੈ ਗਈ। ਬਾਣੀ ਮਨਾਂ ਤੋਂ ਕਲਯੁਗ ਲੋਪ ਕਰ ਰਿਹਾ। ਗੁਰੂ ਘਰ ਕਿਹੜੀ ਬਿਮਾਰੀ ਨਾ ਸਮਝਦੀ ਵੜ ਕੇ ਬੰਦੇ ਨੂੰ ਮਾਰ ਲੂ। ਕਿਹੜੀ ਬਿਮਾਰੀ ਆ ਦੇਖੋ। ਇਸ ਕਰਕੇ ਸਾਧ ਸੰਗਤ ਐਡੀ ਸਾਇੰਸ ਅਮਰੀਕਾ ਦੀ, ਚੀਨ ਦੀ, ਹੋਰ, ਪਰ ਇਹ ਕਿਹਦੇ ਲੱਛਣ ਆ? ਮਾਇਆ ਦੇ ਲੱਛਣ। ਮਾਇਆ ਦੇ ਕਾਰਨ ਆ ਸਾਰੇ। ਪਾਪ ਦਾ ਪਾਲਡਾ ਭਾਰਾ, ਹੁਣ ਵੀ ਪਾਪ ਦਾ ਪਾਲਡਾ ਭਾਰਾ ਹੋ ਰਿਹਾ ਹੈ। ਧਰਮ ਸਥਾਨਾਂ ਤੇ ਬੰਦ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਠੇਕੇ ਖੁੱਲੇ ਆ, ਲੈਣਾ ਲੱਗੀਆਂ। ਪਾਪ ਦਾ ਪਾਲਡਾ ਭਾਰਾ ਹੁੰਦਾ ਜਾ ਰਿਹਾ ਹੈ, ਇਹ ਗੱਲ ਲਿਖ ਲਓ। ਇਸ ਕਰਕੇ ਸਿਮਰਨ ਕਰੋ, ਘਰ ਬਹਿ ਕੇ ਕਰੋ, ਕਿਸੇ ਤਰੀਕੇ ਨਾ ਕਰੋ। ਜੇ ਬਚਣਾ ਤਾਂ, ਜੇ ਕਿਸੇ ਵਿਲੇ ਲੱਗਣਾ ਤਾਂ
ਹੁਣ ਆਪਾਂ ਨੂੰ ਸਮਾਂ ਮਿਲਿਆ ਹੋਇਆ ਹੈ। ਉੱਥੇ ਸਾਧ ਸੰਤ ਬਾਬਾ ਮੋਹਨ ਜੀ 1.5 ਘੰਟਾ ਗੁਰੂ ਅਰਜਨ ਸਾਹਿਬ ਨੂੰ ਐਸੇ ਸ਼ਬਦ ਬੋਲਦੇ ਰਹੇ, ਕਹਿੰਦੇ ਅਰਜਨ ਤੂੰ ਉੱਥੇ ਟਿਕਿਆ ਨਾ, ਤੂੰ 150 ਬੰਦਾ ਲੈ ਕੇ ਆ ਗਿਆ, ਮੈਂ ਤੇਰੀ ਗੱਲ ਨੂੰ ਜਾਣ ਗਿਆ ਸਾਰੀ ਨੂੰ, ਤੂੰ ਦੁਪਹਿਰੇ ਡਾਕਾ ਮਾਰਨ ਆ ਗਿਆ। ਇਉਂ ਆਖਿਆ, ਡਾਕਾ ਮਾਰਨ ਆ ਗਿਆ। ਗੁਰੂ ਅਰਜਨ ਸਾਹਿਬ ਨਹੀਂ ਬੋਲੇ, ਹੱਥ ਜੋੜ ਕੇ ਗਲ 'ਚ ਪਰਨ ਪਾ ਕੇ ਖੜੇ ਰਹੇ, ਨਿਮਰਤਾ ਵਿੱਚ ਬੋਲੇ ਹੀ ਨਹੀਂ। 1.5 ਘੰਟਾ ਚੁੱਪ ਰਹੇ। ਕਹਿੰਦੇ ਸਤਿਯੁਗ ਦਾ ਤੀਰਥ ਜਿੱਥੋਂ ਕਾਲੇ ਕਾਂ ਬੱਗੇ ਹੰਸ ਬਣ ਬਣ ਨਿਕਲਦੇ ਆ, ਤੇਰੇ ਕੋਲੇ ਐਸਾ ਵਧੀਆ ਤੀਰਥ ਆ ਗਿਆ, ਤੇਰੇ ਬਾਪੂ ਜੀ ਨੇ ਤੈਨੂੰ ਗੱਦੀ ਦਿੱਤੀ। ਪਿਰਥੀ ਚੰਦ ਕਹਿੰਦਾ ਮੇਰੇ ਕੋਲੇ ਹੈ, ਮਿਹਰਬਾਨ ਕਹਿੰਦਾ ਮੇਰੇ ਕੋਲੇ ਗੱਦੀ ਹੈ, ਮੇਰੇ ਕੋਲੇ ਹੈ। ਇਸ ਕਰਕੇ ਸੋਢੀ ਵੰਸ਼ ਦੇ ਸਾਰੇ ਕਹਿੰਦੇ ਗੱਦੀ ਆ ਸਾਡੇ ਕੋਲੇ ਆ, ਤੇ ਮੈਂ ਬੈਠਾ ਅੰਦਰ, ਤੇ ਬਾਪੂ ਜੀ ਕਹਿੰਦੇ ਖਿਆਲ ਨਾ ਵੀ ਇਹ ਖਜ਼ਾਨਾ ਲਟਾ ਦਿਓ, ਤੇ ਤੂੰ ਚੜ੍ਹਾਈ ਕਰਕੇ ਆ ਗਿਆ। ਇਉਂ ਆਖਿਆ। ਬਾਬਾ ਮੋਹਨ ਜੀ ਕੰਬਣ ਲੱਗ ਗਏ, ਜਾਣੀ ਥੱਕ ਗਏ, ਹਾਫ ਗਏ। ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਅਰਜਨ ਬੋਲਦਾ ਨਹੀਂ, ਚੁੱਪ ਕੀਤਾ ਖੜਾ, ਕੀ ਚਾਹੁੰਦਾ? ਸਾਡੇ ਵਾਸਤੇ ਪੂਰਨੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਮੋਹਨ ਜੀ ਤੇਰੇ ਫੁੱਲ ਕਿਰਦੇ ਮਿੱਠੇ ਮਿੱਠੇ, ਹੋਰ ਬਚਨ ਚਾਹੁੰਦਾ ਹੋਰ ਸੁਣਾ, ਹੋਰ ਬਚਨ ਇਹੋ ਜਿਹੇ ਹੋਰ ਸੁਣਾ ਹੋਰ। ਬਾਬਾ ਮੋਹਨ ਜੀ ਸਮਝ ਕੇ ਦਾ ਸ਼ਬਦ ਚੱਲਦਾ, ਗੱਦੀ ਇਹਦੇ ਕੋਲੇ ਆ। ਇਹੀ ਸੁਭਾਅ ਮੇਰੇ ਪਿਤਾ ਜੀ ਦਾ ਸੀ, ਇਹੀ ਗੁਰੂ ਰਾਮਦਾਸ ਦਾ ਸੀ। ਬਸ ਗੱਦੀ ਇਹਦੇ ਹਿਰਦੇ ਵਿੱਚ ਹੈ, ਮੈਂ ਇਮਤਿਹਾਨ ਕਰ ਲਿਆ। ਬਾਹਰ ਖੋਲਤਾ, ਦਾਲ ਦੇਣੇ, ਚਰਨਾਂ ਤੇ ਡਿੱਗੇ। ਐਂ ਡਿੱਗੂ, ਕੋਈ ਡਾਂਗਣਾ ਨਹੀਂ ਡਿੱਗਣਾ। ਚਰਨਾਂ ਤੇ ਡਿੱਗੇ, ਚਰਨਾਂ ਤੇ ਡਿੱਗ ਕੇ ਆਖਿਆ ਅਰਜਨ ਦੇਵ ਗੁਰੂ ਜੀ ਤੁਸੀਂ ਮੈਨੂੰ ਬਖਸ਼ ਲਓ। ਗੁਰੂ ਅਰਜਨ ਸਾਹਿਬ ਸੁਣਿਓ ਵਚਨ। ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਮੋਹਨ ਜੀ ਤੁਸੀਂ ਵੱਡੇ ਆ, ਮੈਂ ਛੋਟਾ ਹੈ, ਤੇ ਬਖਸ਼ਾਂ ਤਾਂ ਜੇ ਤੁਸੀਂ ਮੈਨੂੰ ਕੁਛ ਕਿਹਾ ਹੋਵੇ, ਜੇ ਤੁਸੀਂ ਮੈਨੂੰ ਕੁਛ ਕਿਹਾ ਹੋਵੇ। ਤੇ ਸ਼ਬਦ ਕੋਈ ਛੱਡਿਆ ਨਹੀਂ ਬਾਬਾ ਮੋਹਨ ਨੇ ਬੋਲਣ ਮੰਨਿਓ। ਕਹਿੰਦੇ ਬਖਸ਼ਾ ਤਾਂ ਜੇ ਤੂੰ ਮੈਨੂੰ ਕੁਛ ਕਿਹਾ ਹੋਵੇ। ਸਾਡੇ ਅੰਦਰ ਭਾਂਬੜ ਮੱਚਦੇ ਆ, ਲਟਾ ਲਟ ਅੱਗ ਮੱਚਦੀ ਆ, ਮੇਰੇ ਆਪ ਮੱਚਦੇ ਆ, ਕਿਸੇ ਨੂੰ ਕੀ ਕਹਿਣਾ। ਇਸ ਕਰਕੇ ਵੇਖੋ ਅੱਗ ਬੁਝਣੀ ਨਹੀਂ ਬਿਨਾ ਸ਼ਬਦ ਤੋਂ, ਬਿਨਾ ਵਿਆਸ ਤੋਂ। ਏਕਾ ਬਾਣੀ ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ। ਇਹ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਹੈ। ਦੇਖੋ ਬਾਬਾ ਜੀ ਦੀ ਮਿਹਰ ਹੈ, ਬਾਬਾ ਜੀ ਦੀ। ਇੱਥੇ ਅੰਮ੍ਰਿਤ ਵੀ ਛਕਾਇਆ ਜਾਂਦਾ ਹੈ। ਹੁਣ ਖਾਲਸਾ ਪੰਜ ਪਿਆਰੇ ਰੂਪ ਤੇ ਅੰਮ੍ਰਿਤ ਛਕਾ ਕੇ, ਤੇ ਵੇਖੋ ਕਿੰਨੀ ਵੱਡੀ ਬਾਬਾ ਦੀ ਮਿਹਰ ਹੈ। ਇਹ ਸਾਰੀ ਕਿਰਪਾ ਗੁਰੂ ਸਾਹਿਬ ਦੀ ਹੈ। 1978 ਵਿੱਚ ਇੱਥੇ ਮੂੰਗੀ ਖੜੀ ਸੀ, ਮੂੰਗੀ ਖੇਤ ਸੀ। ਇਸ ਕਰਕੇ ਜਦੋਂ ਕਾਂਟਾ ਬਦਲ ਕੇ ਰੱਖਤਾ ਮਾਲਕ ਨੇ ਪਾਤਸ਼ਾਹ। ਜੇ ਖਲੜੀ ਵੀ ਵੇਚੇ ਨਾ ਰੰਮੀ ਨਾਲ ਲੈ ਕੇ, ਤਾਂ ਵੀ ਕਰਜ਼ਾ ਆਪਾਂ ਮੋੜ ਨਹੀਂ ਸਕਦੇ। ਉਦੋਂ ਕੀ ਨਕਸ਼ਾ, ਆ ਕੀ ਨਕਸ਼ਾ, ਕੋਈ ਪਤਾ ਸੀ ਇਸ ਗੱਲ ਦਾ? 40 ਚ ਬਾਬਾ ਜੀ ਕਹਿਣ ਲੱਗੇ ਜਗ੍ਹਾ ਧੰਧਿਆਈ ਵਾਲੀ ਹੈ, ਕਰਮਾਂ ਵਾਲੀ ਹੈ, ਸਮਾਂ ਆਵੇਗਾ ਇੱਥੇ ਕਲਯੁਗ ਵਿੱਚ ਤੀਰਥ ਪ੍ਰਗਟ ਹੋਵੇਗਾ। ਨੰਗੇ ਜਾਂਦੇ ਸੀ, ਭਦੌੜ ਤੋਂ ਆਏ ਰਾਤ ਦੇ ਵਿੱਚ ਨੰਗੇ ਜਾਂ ਕੱਚਾ ਰਾਹ ਹੁੰਦਾ ਸੀ, ਸੜਕ ਤਾਂ ਵੇਖਣ ਨੂੰ ਨਹੀਂ ਸੀ ਹੁੰਦੀ। ਵੇਖੋ
ब्रह्म ज्ञानी की गात बाबा जी हो जानते हैं बस। कौन जानदा? गरीब नवाज बाबा जी 600 नंगे, पहले 53 च, फिर 61 62 63 इधर रोक के जल पानी छक के कहते समा आवेगा बाबा जी कहते इत्थे तीर्थ बहुत बड़ा प्रगट होवेगा, आए जीवां दे दुख सारे सुने जाया करनगे। पहला मोहर लाती ये उहदी किरपा, किरपा होवे अपने बाबा जी दी, मिले बाबा जी दा संग, ज्यों ज्यों वो बधाइए तो चढ़े नाम दा हर से रंग। नाम दा रंग चढ़न दा समा सारिਆਂ ਨੂੰ ਆਪਾਂ ਨੂੰ ਹੁਣ ਚਾੜੋ, ਕਰਮਾਂ ਦੇ ਨਾਲੇ ਸਮਾਂ ਮਿਲਿਆ ਹੋਇਆ ਹੈ। मैं नाम दे वचन कीते है बाबा जी की किरपा सदका। बाबा मोहन जी कहते बख्श ला, नाले चरणों ते डिगे, तीसरे पातशाह का वचन पूरा होया, गुरु के चरणों ते डिगे ते आख्या महाराज किरपा करो मैनू बख्श लो। कहते बख्शा ता जे तू कुछ कहा होवे। कहते कहा मैं तो कसर ही नहीं छड्डी, कहण वाली कसर ही नहीं छड्डी। गुरु अर्जन साहब कहते बाबा मोहन जी जेड़े तुसी शब्द बोले हैं ये बहुत मिठे लगे मैनू, पर जेड़े आटे शब्द सी ना तेरे वो मेरे कान तो 12 को दूर दी लंघे है, मेरे कान दे नेड़े नहीं आए। और साडे तो बाबा जी जिन्हों की संगत नहीं की, जिन्होंने भै इत्थे बैठे नूं भै नहीं, डरदे नहीं, तो उन्होंने तो कन्ना दे विच घूमी जाता, बस अग मची जाती है। इस करके उहदी किरपा दे नाल ही है सारा। तो वेखो साध संगत किड्डी किरपा हुई। बाबा मोहन जी कहते चवारा भी तेरा, गोंदवाल भी तेरा, मोहन भी तेरा, सब कुछ तेरा, खजाना भी तेरा, जी ड्यूटी देनी सी मैं देती। किन्ने निमरता ना गुरु अर्जन साहब पीड़ा साहब चौर साहब पहला लैके गए। पहला चौर नहीं सी हुंदा, पीड़ा नहीं सी हुंदा, जे हुंदा सी तां गुरुआं ते करन वास्ते हुंदा सी। पोथियां ते तां गुरु अर्जन साहब पातशाह ने किरपा कीती, ते किरपा वेखो किन्नी कीती। बाबा बुढ़ा जी दे सीस ते पोथियां रखियां ते लैके तुर पई। आप मगर गुरु अर्जन साहब पोथियां ते चौर करते गए। अज काल पै रहा है, पाप का पालडा भारा हो रहा है। बाबा जी की मर्यादा नूं संगतां भुलदियां जांदियां। बाबा जी कहते कौन कहता? गुरु नानक बाबा जी कहते मेरी जीभ जल जे, जे गुरु ग्रंथ साहब गुरु नानक नहीं है तो फिर है कौन? देखो किड्डी वड्डी बख्शिश अपने बाबा जी, किन्नी देन अपने बाबा जी की गोद च बैठे आप सारे। इस करके साध संगत बाबा जी ने पोथियां लेके आए। सच्चे पातशाह इतिहास का रस्ते च भी बली है, तो उत्थे खंडूर साहब भी आए, तो खंडूर साहब दूसरे पातशाह के पुत्र सी। उन्होंने तीसरे पातशाह के लत्त मारी सी, दीवान दे विच लत्त मारी सी, ते सतगुर सच्चे पातशाह जी पुंजे डिग पे सी, ते सतगुरां ने उठ के उहदा चरण फड़िया। कहंदे इवें होनी चाहिए सी तीसरे पातशाह। कहंदे गुरु मेरे गुरु की बनस होवे तो मैं उठ के सत्कार नहीं किया, इउं आख्या। ਉਹ पर पीड़ पैंदी सी, पीड़ तीसरे पातशाह तो पैंदी रही, चौथे पातशाह ते पंजवें पातशाह का जोड़ा सी चपला सलीवट लकड़ दे, वो चक के जदों ना सिर ते रखे गुरु अंगद साहब के पुत्र ने, ते उदों उहदा दर्द बंद होया। दर्द बंद होया, गुरु जी ने उत्थे सरीफट रखते हुण भी है, तो गुरु साहब ने उत्थे चरण धूड़ चक के जिथे दर्द है उत्थे ला लेंदे आ,
ਨਾਲੇ ਉਹ ਸਲੀਵਟ ਲਾ ਲੈਂਦੇ ਆ ਤੇ ਹੁਣ ਵੀ ਦਰਦ ਬੰਦ ਹੋ ਜਾਂਦਾ। ਇਸ ਕਰਕੇ ਵੇਖੋ ਗੁਰੂ ਸਾਹਿਬ ਸਮਰੱਥ ਗੁਰੂ ਸਾਡਾ, ਸਮਰੱਥਾ ਵਾਲਾ। ਉੱਤੋਂ ਫਿਰ ਸ੍ਰੀ ਅੰਮ੍ਰਿਤਸਰ ਆਏ, ਸ਼ਾਮ ਨੂੰ ਰਾਤ ਨੂੰ ਆਏ, ਕੋਠਾ ਸਾਹਿਬ ਵਿੱਚ ਪੋਥੀਆਂ ਬਿਰਾਜਮਾਨ ਕੀਤੀਆਂ ਤੇ ਸੁਬਾਹ ਪੋਥੀਆਂ ਪ੍ਰਕਾਸ਼ ਕੀਤੀਆਂ। ਪੋਥੀ ਖੋਲ ਕੇ ਜੋ ਦਰਸ਼ਨ ਕੀਤੇ ਤੇ ਸ਼ਬਦ ਉਚਾਰਨ ਕੀਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਅੱਜ ਅਸੀਂ ਗੁਰੂ ਨੂੰ ਭੁੱਲ ਚੁੱਕੇ ਹਾਂ। ਸਾਡਾ ਕੋਈ ਨਾ ਪਿਓ ਤੇ ਨਾ ਦਾਦਾ, ਅਸੀਂ ਭੁੱਲ ਗਏ ਹਾਂ। ਪਰ ਜਿਨ੍ਹਾਂ ਦੀ ਸੰਗਤ ਕੀਤੀ ਨਾਮ ਦਾ ਰੰਗ ਚੜ੍ਹਿਆ ਹੋਇਆ, ਬੜੇ ਭਾਗਾਂ ਵਾਲੇ ਹਨ, ਕਰਮਾਂ ਵਾਲੇ, ਵਧਾਈ ਦੇ ਪਾਤਰ ਹਨ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਮੇਰੇ ਮਨ ਪਿਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਕਤੋਲ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਸੋ ਵਾਧੋ ਜਾਈ। ਉਹ ਸੱਚੇ ਪਾਤਸ਼ਾਹ ਜੀ ਨੇ ਖਜ਼ਾਨਾ ਲਿਆ ਕੇ 3.5 ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤੇ, ਸਾਰੀ ਬਾਣੀ ਇਕੱਠੀ ਕੀਤੀ ਭਗਤਾਂ ਦੀ। ਹੋਰ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਬਾਣੀ ਇਕੱਠੀ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਨੇ ਉਦੋਂ ਬੀੜ ਨਾਂ ਰੱਖਿਆ, ਬੀੜ ਬੱਧੀ, ਬੱਧੀ। ਫਿਰ ਪੋਥੀ ਸਾਹਿਬ ਨਾਂ ਰੱਖਿਆ ਸੱਚੇ ਪਾਤਸ਼ਾਹ ਜੀ ਨੇ। ਤੇ ਫਿਰ ਅੱਜ ਦੇ ਦਿਨ ਦਰਬਾਰ ਸਾਹਿਬ ਪ੍ਰਕਾਸ਼ ਕੀਤੇ, ਕਰਕੇ ਪ੍ਰਕਾਸ਼ ਤੇ ਫਿਰ ਸੱਚੇ ਪਾਤਸ਼ਾਹ ਜੀ ਆਪ ਤਾਂ ਚੌਰ ਕਰਦੇ ਗਏ, ਬਾਬਾ ਬੁੱਢਾ ਜੀ ਦੇ ਸੀਸ ਤੇ ਰੱਖ ਕੇ ਲੈ ਕੇ ਗਏ। ਕਿੰਨੀ ਕਮਾਈ ਬਾਬਾ ਬੁੱਢਾ ਜੀ। ਬਾਬਾ ਜੀ ਮਾਲਾ ਬਣ ਗਏ ਸੀ। ਕਿਵੇਂ? 101 ਸਾਲ ਦੀ ਉਮਰ ਸੀ ਉਦੋਂ। ਬਾਬਾ ਬੁੱਢੇ 126 ਸਾਲ ਉਮਰ ਹੋਈ ਸਾਰੀ ਜਦੋਂ ਗੁਰੂ ਸਾਹਿਬ ਲੈ ਕੇ ਗਏ ਆ। ਪਹਿਲੇ ਦਿਨ ਪ੍ਰਕਾਸ਼ ਕਰਵਾਏ ਆ, ਆਪ ਖੜ ਕੇ ਚੌਰ ਕਰਦੇ ਰਹੇ ਗੁਰੂ ਅਰਜਨ ਸਾਹਿਬ ਜੀ। ਤੇ ਸਾਰੀਆਂ ਪਲਕਾਂ ਮਰਜ਼ਾਦਾ ਦੱਸੀ, ਮਰਜ਼ਾਦਾ। ਤੇ ਫਿਰ ਆਖਿਆ ਬਾਬਾ ਜੀ ਸੰਗਤਾਂ ਦੇ ਨਾਲ ਗੁਰੂ ਸਾਹਿਬ ਦੀਆਂ ਗੱਲਾਂ ਕਰਾਓ, ਗੱਲਾਂ ਕਰਾਓ। ਫਿਰ ਹੁਕਮਨਾਮਾ, ਪਹਿਲਾ ਹੁਕਮਨਾਮਾ ਲਿਆ ਗਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਿਓ ਜਗ ਅੰਤਰ ਲਾਥੇ ਸਗਲ ਵਸੂਰੇ। ਪੂਰਨ ਪੁਰਖ ਚਿੱਤ ਵਿਨਾਸੀ, ਜਸ ਵੇਦ ਪੁਰਾਨੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਉੱਥੇ ਸੱਚੇ ਪਾਤਸ਼ਾਹ ਦਾ ਪਹਿਲਾ ਹੁਕਮਨਾਮਾ ਹੈ ਗੁਰੂ ਗ੍ਰੰਥ ਸਾਹਿਬ ਦਾ। ਅੱਗੇ ਸਾਧ ਸੰਗਤ ਮੰਦਰ ਬਣਦੇ ਸੀ, ਬਹੁਤ ਹੁਣ ਵੀ ਬਣਦੇ ਆ, ਬਣਦੇ ਸੀ। ਪਰ ਲਿਆ ਕੇ ਨਾ ਮਕਰਾਣੇ ਤੋਂ ਪੱਥਰ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਸੀ। ਇਹ ਅੱਜ ਦਾ ਦਿਨ ਬਹੁਤ ਕਰਮਾਂ ਵਾਲਾ। ਪਹਿਲੀ ਵੇਰ ਇੰਨੇ ਘੋਰ ਕਲਯੁਗ ਦੇ ਵਿੱਚ ਗੁਰੂ ਸਾਹਿਬ ਨੇ, ਕੀ ਕਹੀਏ, ਐਡਾ ਵੱਡਾ ਦਿਮਾਗ ਨਹੀਂ, ਰੱਬ ਦਿਮਾਗ ਆਪਾਂ ਨੂੰ ਦੇਣ ਵਾਲਾ। ਤੇ ਸੱਚੇ ਪਾਤਸ਼ਾਹ ਐਸੀ ਨਿਉ ਰੱਖੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ। ਕਿਸੇ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਕੋਈ ਕਹਿੰਦਾ ਆਪਦੀ ਬਾਤ ਹੈ, ਕੋਈ ਕਹਿੰਦਾ ਗੁਰੂ ਰਾਮਦਾਸ ਦਾ ਆਸਣ। ਤੇ ਪਹਿਲੀ ਵੇਰ ਇਹ ਪ੍ਰਕਾਸ਼ ਹੋਏ ਕਲਯੁਗ ਦੇ ਵਿੱਚ। ਨਾ ਸਤਯੁਗ ਵਿੱਚ, ਨਾ ਦੁਆਪਰ ਵਿੱਚ, ਨਾ ਤ੍ਰੇਤੇ ਵਿੱਚ, ਨਾ ਕਲਯੁਗ ਦੇ ਵਿੱਚ। ਕਲਯੁਗ ਵਿੱਚ ਹੋਏ ਤਾਂ 5000 ਉਮਰ ਹੋ ਚੁੱਕੀ ਸੀ ਕਲਯੁਗ ਦੀ ਜਦੋਂ ਇਹ ਪ੍ਰਕਾਸ਼ ਕੀਤੇ। ਤੇ ਅੱਜ ਕੋਨੇ ਕੋਨੇ 'ਚ ਖੰਡ ਬ੍ਰਹਿਮੰਡ ਦੇ ਵਿੱਚ ਤੇ ਗੁਰੂ ਸਾਹਿਬ ਦੀ ਜੈ ਜੈਕਾਰ ਹੋ ਰਹੀ ਹੈ। ਐਸਾ ਨਾਮ ਦਾ ਜਹਾਜ਼ ਤਿਆਰ ਕੀਤਾ। ਆਪਾਂ ਗੁਰੂ ਸਾਹਿਬ ਦੇ ਆਸਰੇ ਤੇ ਬੈਠੇ ਹਾਂ, ਸਾਰੇ ਬੈਠੇ ਹਾਂ। ਚੌਰ ਹੋ ਰਿਹਾ, ਗੁਰੂ ਸਾਹਿਬ ਦਾ ਹੁਕਮਨਾਮਾ ਲਿਆ ਗਿਆ। ਜਦੋਂ ਉਦੋਂ ਗੁਰੂ ਜੀ ਬੋਲੇ, ਅੱਜ ਵੀ ਬੋਲੇ, ਜਦੋਂ ਮਰਜ਼ੀ ਬੁਲਾ ਲਓ ਉਦੋਂ ਬੋਲਦੇ ਆ ਗੁਰੂ ਸਾਹਿਬ ਨੂੰ, ਉਦੋਂ ਬੋਲਦੇ ਆ।
ਇਸ ਕਰਕੇ ਜੇ ਕੋਈ ਪਾਨ ਲਾਉਂਦਾ ਜਾਂ ਕੋਈ ਨਿੰਦਿਆ ਚੁਗਲੀ ਕਰਦਾ, ਗੁਰੂ ਸਾਹਿਬ ਬੋਲਦੇ ਉਵੇਂ ਬੋਲਦੇ, ਨਬਜ ਫੜ ਕੇ ਦਵਾਈ ਦਿੰਦੇ ਆ। ਹੁਕਮ ਨਵੇਂ ਵਿੱਚ ਬੋਲਦੇ ਸੱਚੇ ਪਾਤਸ਼ਾਹ 'ਚ, ਪ੍ਰਦਖ ਬੋਲਦੇ ਆ, ਰਸਤਾ ਦਿੰਦੇ ਆ। ਹੁਣ ਗੁਰੂ ਸਾਹਿਬ ਨੇ ਮੋਹਰ ਲਾਈ ਹੈ, ਆਪਣਾ ਗੁਰੂ ਤੇ ਆਏ, ਮਿਲ ਕੁਸਲ ਛੇਤੀ ਘਰ ਆਏ। ਨਾਮੇ ਕੀ ਵਡਿਆਈ ਤਿਸ ਕੀਮਤ ਕਹਿ ਨਾ ਜਾਏ। ਸੰਤੋ ਹਰ 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 ਅਰਾਧੋ, ਹਰ ਅਰਾਧ। ਆਪਾਂ ਨੂੰ ਆਰਾਧਨ ਦਾ ਉਪਦੇਸ਼ ਕਰ ਰਹੇ ਗੁਰੂ ਸਾਹਿਬ। ਅੱਜ ਗੁਰੂ ਸਾਹਿਬ ਬੋਲ ਰਹੇ ਆ ਸੱਚੇ ਪਾਤਸ਼ਾਹ ਜੀ, ਹਰ 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 ਅਰਾਧੋ, ਹਰ ਅਰਾਧ ਸਭੋ ਕੁਛ ਪਾਈਐ, ਕਾਰਜ ਸਗਲੇ ਸਾਧੋ, ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਜਨ ਨਾਨਕ ਨਾਮ ਧਿਆਇਆ, ਜਨ ਨੇ ਗੁਰੂ ਨਾਨਕ ਨੂੰ ਧਿਆਇਆ, ਤਨ ਸਰਬ ਸੁੱਖਾ ਫਲ ਪਾਇਆ। ਸਾਰੇ ਸੁੱਖ ਮਿਲ ਜਾਂਦੇ ਹੈ। ਦੁੱਖ ਤਾਂ ਬਹੁਤ, ਦੁੱਖ ਦਾ ਨਾਂ ਹੀ ਮਾੜਾ ਹੈ। ਸਰੀਰ ਨੂੰ ਦੁੱਖ ਉਹ ਵੀ ਮਾੜਾ ਹੈ, ਪਰ ਇੱਕ ਦੁੱਖ ਇਹ ਹੈ ਵੀ ਗੁਰੂ ਮਿਲ ਜਾਣਾ, ਮਹਾਂਪੁਰਖ ਮਿਲ ਜਾਣਾ, ਉਹਦੀ ਪਛਾਣ ਨਾ ਕਰਨੀ, ਗੁਰੂ ਨੂੰ ਛੱਡ ਕੇ ਭੱਜ ਜਾਣਾ, ਉਦੋਂ ਵੱਡਾ ਕੋਈ ਦੁੱਖ ਨਹੀਂ ਹੈ। ਜਿਹਨੂੰ ਆਖਿਆ ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ, 84 ਲੱਖ ਜੂਨ, ਮੂੰਹ ਦੇ ਵਿੱਚ ਕੰਡਿਆਲਾ, ਧੌਣ ਤੇ ਗੱਡੀ, ਉੱਤੇ ਭਾਰ ਲੱਦਿਆ ਹੋਇਆ। ਕਬੀਰ ਸਾਹਿਬ ਕਹਿੰਦੇ ਹਰ ਕਾ ਸਿਮਰਨ ਛਾੜ ਕੇ, ਪਾਲਿਓ ਬਹੁਤ ਕਟੰਬ, ਧੰਦਾ ਕਰਤਾ ਮਰ ਗਿਆ, ਭਾਈ ਰਿਹਾ ਨਾ ਬੰਦ। ਹਰ ਕਾ ਸਿਮਰਨ ਛਾੜ ਕੇ, ਆਹੋ ਹੀ ਰਾਖਾ ਨਾਰ, ਗਦੀ ਹੋਏ ਉਤਰੈ ਤੇ ਭਾਰ ਸਹਿ ਮਣ ਚਾਰ। 4 ਮਣ ਪੱਕਾ ਢੋਈ ਤੇ ਭਾਰ ਪੈ ਜਾਂਦਾ ਬੰਦੇ ਦੇ। ਜਦੋਂ ਇਹ ਘੋੜਾ ਬਣਦਾ, ਗਧਾ ਬਣਦਾ, ਬਲਦ ਬਣਦਾ, ਹੋਰ ਜੂਨਾਂ 'ਚ ਪੈ ਜਾਂਦਾ ਬੰਦਾ। ਕਬੀਰ ਸਾਹਿਬ ਬਚਨ ਕਰਦੇ ਆ। ਇਸ ਕਰਕੇ ਆਓ, ਬਹੁਤ ਵੱਡੇ ਭਾਗਾਂ ਵਾਲੀ ਸੰਗਤ ਹੈ। ਬਾਬਾ ਜੀ ਦੀ ਬਰਸੀ ਦੇ ਦਿਹਾੜੇ 'ਤੇ ਇੱਥੇ ਭੋਗ ਪਾਏ ਗਏ 32 ਖੰਡ ਪਾਠਾਂ ਦੇ। ਅਤੇ ਇਸ ਕਰਕੇ ਹਰਕਾ ਬਿਮਾਰੀ ਜੀ ਦੇ ਕਾਰਨ ਵੀ ਨਾਨਕਸਰ ਕਹਿੰਦੇ ਵੀ ਸੰਗਤ ਪਹਿਲਾਂ ਬਹੁਤ ਜ਼ਿਆਦਾ ਆਉਂਦੀ ਹੈ, 20-25 ਲੱਖ ਦਾ ਇਕੱਠ ਹੋ ਜਾਂਦਾ, ਪਰ ਹੁਣ ਫਿਰ ਜੋ ਪ੍ਰਸ਼ਾਸਨ ਨੇ ਕਿਹਾ ਉਸ ਦੇ ਮੁਤਾਬਕ ਚੱਲਣਾ ਪੈਣਾ। ਅਤੇ ਉਹਨਾਂ ਦੇ ਵੱਸ ਦੀ ਗੱਲ ਨਹੀਂ, ਹੁਕਮ ਦਾ ਧੁਰੋਂ ਦਾ ਹੀ ਆ ਰਿਹਾ ਕਲਯੁਗ ਤੋਂ। ਇਸ ਕਰਕੇ ਆਓ, ਮਾਈ ਪਾਈ ਗੁਰਸਿੱਖ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਸੱਚੀ ਸਰਕਾਰ ਦੇ ਦਰਸ਼ਨ ਕਰੋ, ਦਿਨੇ ਧਰਮ ਦੀ ਕਿਰਤ ਕਰੋ, ਭੱਲੇ ਮਹਾਂਪੁਰਖ ਦੀ ਸੰਗਤ ਕਰੋ। ਐਂ ਟਿਕਾ ਕੇ ਕਰਮਾਂ ਵਾਲੇ ਆਪਾਂ, ਸਮਾਂ ਮਿਲਦਾ ਨਹੀਂ ਹੈ। ਏਕਾ ਬਾਣੀ ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ ਸੱਚ, ਰਤਨੀ ਭਰੇ ਭੰਡਾਰ। ਬਾਬੇ ਨਾਨਕ ਜੀ ਨੂੰ 600 ਸਾਲ ਫਕੀਰ ਹੋ ਗਿਆ ਤੇ ਬਾਬਾ ਜੀ ਮਿਲੇ। ਬਾਬਾ ਜੀ ਕਹਿੰਦੇ ਸੁਣਾ ਮਨ ਦੀ ਅਵਸਥਾ। ਕਹਿੰਦੇ ਮਨ ਦੀ ਅਵਸਥਾ ਕੁਛ ਨਹੀਂ ਹੈ, ਬੁਰੀ ਹਾਲ ਹੈ। ਕਿਉਂ? ਕਹਿੰਦੇ ਮਨ ਦਾ ਟਿਕਾਓ ਨਹੀਂ ਹੈ, ਟਿਕਾ ਨਹੀਂ ਹੈ। ਬਾਬਾ ਜੀ ਕਹਿੰਦੇ ਮਨ ਦਾ ਟਿਕਾ ਕਿਵੇਂ ਹੋਊਗਾ? ਟਿਕਾ ਟਿਕਣਾ ਕਿਵੇਂ ਹੋਊਗਾ? ਉਹ ਕਹਿੰਦਾ ਜੀ ਕਿਰਪਾ ਕਰਕੇ ਦੱਸੋ ਆਪਣਾ ਟਿਕਾ ਕਿਵੇਂ ਹੋਊਗਾ ਸਾਰਿਆਂ ਦਾ। ਇਉਂ ਆਖਿਆ, ਕਿਵੇਂ ਹੋਊ ਟਿਕਾ? ਬਾਬਾ ਜੀ ਕਹਿੰਦੇ ਧਰ ਜੀ ਯਾਰੇ ਇੱਕ ਟੇਕ ਤੂੰ, ਇੱਕ ਨੂੰ ਟਿਕ ਲਾ, ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਏ ਤੇ ਕਾਰਜ ਆਵੇ। ਇਹ ਕਾਰਜ ਆ ਮਨ ਦਾ ਟਿਕਾਓ, ਮਨ ਦਾ ਟਿਕਾਓ। ਪਰ ਮਾਇਆ ਮਨ ਦੇ ਟਿਕਾਓ ਨੂੰ ਹੋਣ ਨਹੀਂ ਦਿੰਦੀ ਹੈ। ਪਰ ਮਾਇਆ ਕਹਿੰਦੀ ਵੀ ਕੁਛ ਨਹੀਂ ਹੈ। ਜੇ ਬੰਦਾ ਸਾਧ ਸੰਗਤ ਗੁਰੂ ਦੇ ਨਾਲ ਜੁੜਿਆ ਹੋਵੇ, ਗੁਰੂ ਦੇ ਨਾਲ ਜੁੜਿਆ ਹੋਵੇ, ਮਾਇਆ ਭਗਤਾਂ ਕੀ ਕਾਰ ਕਮਾਵੇ, ਭਗਤਾਂ ਕੀ ਦਾਸੀ, ਹੱਥ ਜੋੜ ਕੇ ਖੜਦੀ ਮਾਇਆ।
ਇਸ ਕਰਕੇ ਸਾਧ ਸੰਗਤ ਉਹ ਬਾਬਾ ਨਾਨਕ ਜੀ ਕਹਿੰਦੇ ਆ ਚੱਕ ਰੋੜ ਇੱਥੋਂ ਆ ਗਣਕ ਆਇਆ ਤੇਰੇ ਕੋਲੇ ਹੁਣ। ਉਹਨੇ ਆਖਿਆ 1 2 3 4 5 6। ਬਾਬਾ ਜੀ ਕਹਿੰਦੇ ਗਲਤ ਕਰਤੀ ਕੰਮ, ਗਲਤ ਹੈ। ਫੇਰ ਗਿਣ। ਉਹ ਕਹਿੰਦੇ 1 2 3 4। ਬਾਬਾ ਜੀ ਕਹਿੰਦੇ ਨਹੀਂ ਹਜੇ ਵੀ ਤੈਨੂੰ ਗਿਣਨਾ ਨਹੀਂ ਆਇਆ। 600 ਸਾਲ ਕੱਢਤਾ ਫਕੀਰ ਹੋ ਗਿਆ, ਹਜੇ ਵੀ ਗਿਣਨਾ ਨਹੀਂ ਆਇਆ, ਗਿਣਨਾ ਨਹੀਂ ਆਇਆ। ਉਹਨੇ ਫੇਰ ਗਿਣਿਆ 1 2 3 4 5 6। ਬਾਬਾ ਜੀ ਕਹਿੰਦੇ ਨਹੀਂ ਇਹ ਸਾਰੇ ਹੈ ਹੀ ਇੱਕ, ਇਹ ਸਾਰੇ ਇੱਕ ਇੱਕ ਹੈ, ਇੱਕ ਇੱਕ ਹੈ। ਰੋਡ ਇਕੱਠੇ ਕੀਤੇ ਵੇ ਆ, ਇਹਨਾਂ ਦੀ ਗਿਣਤੀ ਜਿਹੜੀ ਕਰਦਾ ਹੈ। ਬਾਬਾ ਜੀ ਕਹਿੰਦੇ ਇੱਕ ਹੀ ਹੈ। ਇੱਕ ਤੋਂ ਗਾਂ ਪਹਿਲਾਂ ਵਾਲਾ ਗਿਣ, ਪਹਿਲਾਂ ਕੌਣ ਸੀਗਾ? ਇੱਕ ਤੋਂ ਗਾਂ ਪਹਿਲਾਂ ਗਾਂ ਨੂੰ ਜਾ, ਪਹਿਲਾਂ ਪਛਾਣ ਨੂੰ ਜਾ, ਪਹਿਲਾਂ ਕੌਣ ਸੀ? ਕਹਿੰਦਾ ਪਹਿਲਾਂ ਇੱਕ। ਬਾਬਾ ਜੀ ਕਹਿੰਦੇ ਹੁਣ 2 ਨਹੀਂ ਹੋ ਸਕਦੇ, ਪਰ ਇੱਕ ਹੀ ਹੋਊਗਾ, ਇੱਕ ਹੀ ਹੋਊਗਾ। ਇਸ ਕਰਕੇ ਇੱਕ ਗੁਰੂ ਨਾਨਕ ਦਾ ਧਿਆਨ ਧਰ ਕੇ ਰੋਜ਼ ਮੱਥਾ ਟੇਕ ਕੇ ਮੰਨੋ। ਇੱਕ ਮਹਾਂਪੁਰਖ, ਏਕ ਪਿਤਾ, ਏਕ ਸਿਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇੱਕ ਦੀ ਸੰਗਤ ਕਰੋ ਤੇ ਇੱਕ ਦੇ ਨਾਲ ਜੁੜ ਜਾਓ। ਆਪਣੀ ਕਮਾਈ ਨੂੰ ਵੇਖਣਾ, ਗੁਰੂ ਭਲਾ ਮਾੜਾ ਹੀ ਹੋਵੇ, ਪਰ ਤੇਰੀ ਕਮਾਈ ਨੂੰ ਵੇਖ ਕੇ ਤੈਨੂੰ ਸੱਚਖੰਡ 'ਚ ਥਾਂ ਦੇ ਦੇਣਾ ਉਹਨੇ, ਕਮਾਈ ਤਕੜੀ ਹੋਵੇ। ਇਸ ਕਰਕੇ ਆਓ ਪਹਿਰਾ ਦਿਓ, ਬਚਨ ਸੁਣ ਕੇ ਕਮਾਈ ਕਰਾਂਗੇ। ਭਾਗਾਂ ਵਾਲੀ ਸੰਗਤ ਹੈ, ਬਹੁਤ ਦੂਰ ਦੂਰ ਤੋਂ ਸਿੱਖ ਸੰਗਤਾਂ ਆਈਆਂ। ਮਾਈ ਭਾਈ ਅਰਦਾਸ ਕਰਕੇ ਜਾਇਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ, ਸੱਚੇ ਪਾਤਸ਼ਾਹ ਜੀ ਸਾਰਿਆਂ 'ਤੇ ਮਿਹਰ ਕਰੋ, ਸਾਰੇ ਸੰਸਾਰ 'ਤੇ ਮਿਹਰ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਨੋ। ਤੋ ਪਹਿਰਾ ਦਿਓ, ਕਮਾਈ ਕਰਾਂਗੇ। ਕੀ ਮਿਲੇਗਾ? ਲੋਕ ਸੁਖੀਏ ਪਰ ਲੋਕ ਸਹਿਲੇ, ਨਾਨਕ ਪ੍ਰਭ ਆਪੇ ਮੇਲੇ। ਕਰੀਏ ਰਸਨਾ ਪਵਿੱਤਰ, ਲਵਾਈਏ ਹਾਰੀ ਭਾਗਾਂ ਵਾਲੇ ਹਾਂ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੜ ਪਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੜ ਪਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਸੋ ਪਾਏ ਜਿਸ ਵਡ ਭਾਗੀ, ਸੋ ਪਾਏ ਜਿਸ ਵਡ ਭਾਗੀ। ਪਾਏ ਜਿਸ ਵਡ ਭਾਗੀ, ਸੋ ਪਾਏ ਜਿਸ ਵਡ ਭਾਗੀ। ਸੋ ਪਾਏ ਜਿਸ ਵਡ ਭਾਗੀ, ਸੋ ਪਾਏ ਜਿਸ ਵਡ ਭਾਗੀ। ਪਾਏ ਜਿਸ ਵਡ ਭਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਜਨ ਨਾਨਕ ਨਾਮ ਤੇ ਆਇਆ, ਜਨ
ਸਰਬ ਸੁਖਾਂ ਫਲ ਪਾਇਆ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਸੱਚਖੰਡ ਲੈ ਜਾਣਗੇ, 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 ਸੱਚਖੰਡ ਲੈ ਜਾਣਗੇ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ, ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ। उत्तम श्लोक साध के बचन अमलीक लाल एह रतन। सुनत कमावत होत उदार आप तरै लोक कह निस्तार। बड़े भाग ने सब संगतां दे जिन्हां ने मालक बाबा जी दी मिठी रसना दे विचों दरगाही प्रवचन सरवण कीते हन। सुनिया मन्निया मन कीता भाव। बचन सुन के ते मन के संगतां पाठ करके लैके आईयां हन। कुल 969 परिवारां दीयां पर्चियां हन। पिछली मस्या तो इस मस्या तक कुल पाठ सुखमनी साहिब जी दे पाठ 33,086 पाठ, जपजी साहिब जी दे पाठ 57,502 पाठ, मूल मंत्र शब्द नानक होसी भी सच तक 108 मणके दी माला, 80,363 माला, नाल ही गुर मंत्र वाहिगुरु शब्द 3,18,423 पाठ होए हैं। सहज पाठां दे भोग 22 पाठां दे भोग पाए गए हैं ते नाल ही मस्या ਦੇ ਪਵਿੱਤਰ ਦਿਹਾੜੇ ਤੇ 15 ਘੱਟ ਪਾਠਾਂ ਦੇ ਵੀ ਭੋਗ ਪਾਏ ਗਏ ਹਨ। ਤੇ ਬਚਨ ਮੰਨ ਕੇ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤਪਾਨ ਕੀਤਾ, ਕੁੱਲ 70 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਹੈ, ਉਹ ਵੀ ਧੰਨਤਾ ਦੇ ਯੋਗ ਹਨ। ਤੇ ਧੰਨ ਮਾਤਾ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਮਾਤਾ ਜੀ ਸਥਾਨ ਤੇ ਸੁਖਮਨੀ ਸਾਹਿਬ ਜੀ ਦੇ ਪਾਠ 1,117 पाठ, जपजी साहिब जी दे पाठ 6,420 पाठ, पहली पौड़ी नानक होसी भी सच तक 14,549 पाठ ते नाल ही वाहिगुरु शब्द 26,395 माला होईयां हन। यह सारी नाम दी वडियाई है, गुरु नानक दी किरपा है। ਇਹ ਦਰਬਾਰ ਭਗਤੀ ਦਾ ਦਰਬਾਰ ਹੈ। ਸੋ ਇਸੇ ਤਰ੍ਹਾਂ ਸਾਰੀ ਸੰਗਤ ਦੇ ਨਾਮ ਜਪ ਕੇ ਤੇ ਆਪਾਂ ਨੇ ਲਾਹਾ ਪ੍ਰਾਪਤ ਕਰਨਾ ਹੈ। ਤੇ ਨਾਲ ਹੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਬਰਛੀ ਦਾ ਦਿਹਾੜਾ, ਜੋ ਕਿ ਨਾਨਕਸਰ ਬਾਬਾ ਜੀ ਦਾ ਬਹੁਤ ਸੁੰਦਰ ਸਥਾਨ ਬਣਿਆ ਹੈ, ਉੱਥੇ 24 ਅਗਸਤ ਨੂੰ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ। 24, 25 ਤੇ 26 ਤਰੀਕ ਨੂੰ पहली लड़ी की समाप्ति है। तो उस तो बाद 26, 27, 28 तरीक नूं दूसरी लड़ी की समाप्ति है। तो 28 तरीक नूं ही ढैपी ठाठ, जिथे बहुत सुंदर स्थान बनया है, उत्थे भी अखंड पाठां की लड़ी होवेगी। तो 2 तरीक नूं पूर्णमासी दे दिहाड़े ते पाठां दे भोग पाए जाणगे। सारी ही संगत ने सेवा सिमरन करना है। ਤੇ ਨਾਨਕਸਰ ਤੇ ਹਰੇਕ ਸਾਲ ਦੀ ਤਰ੍ਹਾਂ ਸੰਗਤਾਂ ਆਉਂਦੀਆਂ, ਹਾਜ਼ਰੀ ਭਰਦੀਆਂ, ਦਰਸ਼ਨ ਕਰਦੀਆਂ। ਤੇ ਹਰੇਕ ਸਾਲ ਦੀ ਤਰ੍ਹਾਂ
ਸਾਰੀ ਹੀ ਸੰਗਤ ਨੇ ਸੇਵਾ ਕਰਨੀ, ਸਿਮਰਨ ਕਰਨਾ। ਜੋ ਵੀ ਸੰਗਤਾਂ ਪ੍ਰਸ਼ਾਦਾ ਪਾਣੀ ਲੈ ਕੇ ਪਹੁੰਚਦੀਆਂ, ਸਾਰੀ ਸੰਗਤ ਨੇ ਉਸੇ ਤਰ੍ਹਾਂ ਉੱਥੇ ਸੇਵਾ ਕਰਨੀ ਹੈ, ਸਿਮਰਨ ਕਰਨਾ ਤੇ ਬਾਬਾ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਬਾਬਾ ਜੀ, ਬਾਬਾ ਜਗਤਾਰ ਸਿੰਘ ਜੀ, ਉਹਨਾਂ ਦੀ ਮਿੱਠੀ ਸ਼ਬਦ ਰਸਨਾ ਦੇ ਵਿੱਚੋਂ ਇੱਕ ਧਾਰਨਾ ਦੀ ਹਾਜ਼ਰੀ ਤੇ ਨਾਲ ਹੀ ਹਰ ਜਸ ਦਾ ਸਮਾਂ ਹੈ, ਫਿਰ ਸਾਰੀ ਸਮਾਪਤੀ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਨਾਨਕ ਤਾੜੀ ਸਾਡੀ ਦੁਨੀਆ, ਤੂੰ ਨਾਨਕ ਤਾੜੀ ਸਾਡੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ, ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਨਾਨਕ ਤਾਰੀ ਸਾਰੀ ਦੁਨੀਆ, ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਤਾੜੀ ਸਾਡੀ ਦੁਨੀਆ, ਤੂੰ ਨਾਨਕ ਤਾੜੀ ਸਾਡੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ, ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਗੁਰੂ ਨਾਨਕ ਤਾਰੀ ਸਾਡੀ ਦੁਨੀਆ, ਤੂੰ ਨਾਨਕ ਤਾੜੀ ਸਾਡੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ, ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਵਾਹਿਗੁਰੂ ਨਾਮ ਜਪਾ ਕੇ ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਤਾੜੀ ਸਾਰੀ ਦੁਨੀਆ, ਤੂੰ ਨਾਨਕ ਤਾੜੀ ਸਾਰੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ, ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਗੁਰੂ ਨਾਮ ਵਜਾਵੇ ਤੂੰ ਨਾਨਕ ਤਾੜੀ ਸਾਰੀ ਦੁਨੀਆ, ਤੂੰ ਨਾਨਕ ਤਾੜੀ ਸਾਰੀ ਦੁਨੀਆ। ਨਾਮ ਜਪਾ ਕੇ ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਤੂੰ ਨਾਨਕ ਤਾੜੀ ਸਾਰੀ ਦੁਨੀਆ। ਵਾਹਿਗੁਰੂ ਨਾਮ ਵਜਾਵੇ ਤੂੰ ਨਾਨਕ ਤਾੜੀ ਸਾਰੀ ਦੁਨੀਆ। ਵਾਹਿਗੁਰੂ ਨਾਮ ਜਪਾ ਕੇ ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਨਾਮ ਵਜਾਵੇ ਤੂੰ ਨਾਨਕ ਤਾੜੀ ਸਾਰੀ ਦੁਨੀਆ। ਤੂੰ ਨਾਨਕ ਤਾੜੀ ਸਾਰੀ ਦੁਨੀਆ। ਵਾਹਿਗੁਰੂ ਨਾਮ ਜਪਾ ਕੇ ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਗੁਰੂ ਨਾਨਕ ਤਾਰੀ ਸਾਰੀ ਦੁਨੀਆ। ਛੱਟ ਤੇ ਚੜਾਣੂ ਚੱਲੀਏ ਅੱਡੇ ਜਾਜੇ ਛੋਟ ਪਾਵਾਂਗੇ। ਲਾ ਛੱਟ ਤੇ ਚੜਾਣੂ ਚੱਲੀਏ ਅੱਡੇ ਜਾਜੇ ਛੋਟ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਚੱਲੀਏ ਅੱਡੇ ਜਾਜੇ ਛੋਟ ਪਾਵਾਂਗੇ। ਲਾ ਛੱਟ ਤੇ ਚੜਾਣੂ ਚੱਲੀਏ ਅੱਡੇ ਜਾਜੇ ਛੋਟ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਅੱਡੇ ਚੜਾਣੂ ਚੱਲੀਏ ਅੱਡੇ ਜਾਜੇ ਛੋਟ ਪਾਵਾਂਗੇ। ਲਾ ਛੱਟ ਤੇ ਚੜਾਣੂ ਚੱਲੀਏ ਅੱਡੇ ਜਾਜੇ ਛੋਟ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਹਰ ਜੱਟ ਦਾਇਓ ਸੰਤ ਨਾਮ ਲੋ। ਹਰ ਜੱਟ ਦਾਇਓ ਸੰਤ ਨਾਮ ਲੋ। ਹਰ ਜਸ ਗਾਇਓ ਸੰਤ ਜਨਾਂ ਮਿਲ। ਹਰ ਜਸ ਗਾਇਓ ਸੰਤ ਜਨਾਂ ਮਿਲ। ਤੇ ਦੂਰ
कोट जन्म के दुख जो गवाए जात सोही मन पायो जो तात सोई मन पाए तापिया नाम डायो कर कृपा हर नाम दिवायो जप साधन हर नाम बड़ा नाम बड़ाई जप साधन जप पाई गुर प्रसाद नानक मत पाई जायो संत जना मिल हर जस जायो संत जना मिल हर जस गायो संत जना मिल हर जस गायो संत जना मिल बोले